ਮਾਤਾ ਸਾਹਿਬ ਦੇਵਾ जी ਦੇ ਮਨ ਨੂੰ ਭਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਈਕ ਦੇਖੋ, ਮਾਈਕ ਹੈ ਨਹੀਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮਨੋ। ਇੰਦਰ ਸਦ ਬੁਲਾਇਆ ਰਾਜ ਅਵਖੇਖਨੋ। ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦੈ। 14 ਲੋਕਾਂ ਛਾਇਆ ਜਸ ਜਗ ਮਾਤ ਦਾ। ਦੁਰਗਾ ਪਾਠ ਬਣਾਇਆ ਸਭੇ ਪੌੜੀਆਂ। ਫੇਰ ਨਾ ਜੂਨੀ ਆਇਆ ਜਿਨ ਏ ਗਾਇਆ। ਦੁਰਗਾ ਪਾਠ ਬਣਾਇਆ ਸਭੇ ਪੌੜੀਆਂ। ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਚਲ ਕਿਰਪਾ ਨਿਦਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਧੰਨ ਧੰਨ ਜਗਤ ਮਾਤਾ ਖਾਲਸੇ ਦੇ ਪੂਜਨੀਕ ਮਾਤਾ ਜੀ ਮਾਤਾ ਸਾਹਿਬ ਦੇਵਾਂ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਅੰਗੀਠਾ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ। ਸਾਰੀਆਂ ਸੰਗਤਾਂ ਮਾਤਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਬੜਾ ਹੀ ਰਸ ਭਿੰਨਾ ਕੀਰਤਨ ਗੁਰੂ ਕੇ ਕੀਰਤਨੀਏ ਸਿੰਘਾਂ ਨੇ ਪਹਿਲਾਂ ਭੈਣ ਜੀ ਨੇ ਕੀਰਤਨ ਕੀਤਾ ਹੈ। ਫਿਰ ਗੁਰੂ ਕੇ ਕੀਰਤਨੀਏ ਸਿੰਘਾਂ ਨੇ ਰਸ ਭਿੰਨਾ ਕੀਰਤਨ ਕੀਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਕਲਯੁਗ ਦੇ ਸਮੇਂ ਵਿੱਚ ਪਰਮਾਤਮਾ ਨਾਲ ਧਿਆਨ ਲਾਉਣ ਵਾਸਤੇ ਵੈਸੇ ਤਾਂ ਪੁਰਾਤਨ ਸਮੇਂ ਤੋਂ ਸਤਿਯੁਗ ਦੇ ਸਮੇਂ ਤੋਂ ਹੀ ਪਰਮਾਤਮਾ ਨਾਲ ਧਿਆਨ ਲਾਉਣ ਦੇ ਬਹੁਤ ਸਾਰੇ ਤਰੀਕੇ ਕੱਢੇ ਗਏ। ਕਿਉਂਕਿ ਆ ਜਿੰਨੀ ਵੀ ਦੁਨੀਆ ਹੈ ਧਿਆਨ ਨਾਲ ਚੱਲਦੀ ਹੈ। ਬੇਧਿਆਨੇ ਐਕਸੀਡੈਂਟ ਹੋ ਜਾਂਦਾ ਹੈ। ਜਿੱਥੇ ਵੀ ਧਿਆਨ ਟੁੱਟਿਆ ਉੱਥੇ ਦੁਰਘਟਨਾ ਘਟ ਜਾਂਦੀ ਹੈ। ਧਿਆਨ ਦੀ ਬੜੀ ਵੱਡੀ ਸ਼ਕਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਲਿਖਿਆ ਹੈ ਵੀ ਪਸ਼ੂ ਵੀ ਧਿਆਨ ਦੇ ਨਾਲ ਬੜਾ ਕੁਝ ਕਰ ਲੈਂਦੇ ਹਨ। ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣਾ। ਇਹ ਕਛੂਆ ਛੋਟਾ ਜਿਹਾ ਕੀੜਾ ਹੈ ਪਾਣੀ ਦਾ। ਪਰ ਜਦੋਂ ਕੱਛੂ ਕੁੰਮੀ ਆਂਡੇ ਦਿੰਦੀ ਹੈ ਤਾਂ ਉਹ ਪਾਣੀ ਤੋਂ ਬਾਹਰ ਜਾ ਕੇ ਬਰੇਤੀ ਵਿੱਚ ਆਂਡੇ ਦਿੰਦੀ ਹੈ। ਅਤੇ ਜਦੋਂ ਉਹ ਆਂਡੇ ਉੱਥੇ ਦੇ ਕੇ ਆਂਡੇ ਰੱਖ ਕੇ ਸੇਵ ਕਰਕੇ ਅਤੇ ਆਪ ਉਹਦਾ ਗੁਜ਼ਾਰਾ ਉੱਥੇ ਨਹੀਂ ਹੁੰਦਾ। ਆਪ ਉੱਥੇ ਆਂਡਿਆਂ ਕੋਲ ਰਹਿ ਨਹੀਂ ਸਕਦੀ। ਉਹ ਪਾਣੀ ਵਿੱਚ ਨਦੀ ਵਿੱਚ ਆ ਜਾਂਦੀ। ਜਿੱਥੇ ਆਂਡੇ ਪਏ ਹੁੰਦੇ ਨੇ ਉੱਥੋਂ ਕੋਈ ਅੱਧਾ ਕਿਲੋਮੀਟਰ ਜਾਂ ਕਿਲੋਮੀਟਰ ਦੀ ਵਾਟ ਹੁੰਦੀ ਦੂਰ ਹੁੰਦਾ। ਇੰਨੀ ਦੂਰੀ ਦੇ ਉੱਤੇ ਹੁਣ ਰੋਜ਼ ਨਾ ਆ ਸਕਦੀ ਹੈ ਨਾ ਜਾ ਸਕਦੀ ਹੈ ਆਂਡਿਆਂ ਨੂੰ ਦੇਖਣ ਲਈ। ਫਿਰ ਕੀ ਕਰਦੀ ਹੈ, ਪਾਣੀ ਵਿੱਚੋਂ ਮੁੰਡੀ ਕੱਢ ਕੇ ਉਧਰ ਧਿਆਨ ਕਰਦੀ ਹੈ, ਹਾਲਾਂਕਿ ਉਹਦੀ ਨਜ਼ਰ ਉੱਥੇ ਨਹੀਂ ਜਾਂਦੀ।
ਜਿੱਥੇ ਆਂਡੇ ਪਏ ਹੁੰਦੇ ਨੇ ਉੱਥੇ ਉਹਦੀ ਨਿਗਾਹ ਨਹੀਂ ਜਾਂਦੀ, ਪਰ ਧਿਆਨ ਦੇ ਨਾਲ ਉੱਧਰ ਖਿੱਚ ਪਾਉਂਦੀ ਹੈ। ਟਾਈਮ ਪੂਰਾ ਹੁੰਦਾ, ਆਂਡਿਆਂ 'ਚੋਂ ਬੱਚੇ ਨਿਕਲਦੇ ਨੇ। ਉਹਨਾਂ ਬੱਚਿਆਂ ਨੂੰ ਕਿਸੇ ਨੇ ਉਹਨਾਂ ਬੱਚਿਆਂ ਦੀ ਉਂਗਲੀ ਨਹੀਂ ਫੜੀ, ਕਿਸੇ ਨੇ ਉਹਨਾਂ ਨੂੰ ਰਸਤਾ ਨਹੀਂ ਦੱਸਿਆ। ਅਕਾਲ ਪੁਰਖ ਪਰਮੇਸ਼ਰ ਦਾ ਕ੍ਰਿਸ਼ਮਾ ਹੈ, ਕੁਦਰਤ ਦਾ ਕ੍ਰਿਸ਼ਮਾ ਹੈ ਕਿ ਮਾਂ ਦੇ ਧਿਆਨ ਦੇ ਖਿੱਚੇ ਹੋਏ ਬੱਚੇ ਮਾਂ ਕੋਲ ਹੀ ਆਉਂਦੇ ਹਨ। ਭਾਈ ਗੁਰਦਾਸ ਸਾਹਿਬ ਜੀ ਦਾ ਕਹਿਣ ਦਾ ਮਤਲਬ ਇਹ ਹੈ ਵੀ ਇੱਕ ਕੀੜਾ, ਇੱਕ ਪਸ਼ੂ, ਇੱਕ ਜਾਨਵਰ ਧਿਆਨ ਦੀ ਸ਼ਕਤੀ ਨੂੰ ਸਮਝਦਾ ਹੈ ਅਤੇ ਧਿਆਨ ਦੀ ਸ਼ਕਤੀ ਨਾਲ ਆਪਣੇ ਬੱਚੇ ਪਾਲ ਲੈਂਦਾ। ਦੂਜੀ ਮਿਸਾਲ ਆਪਾਂ ਰੋਜ਼ ਪੜ੍ਹਦੇ ਹਾਂ, ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਕੂੰਜਾਂ ਪਹਾੜਾਂ ਵਿੱਚ ਬੱਚੇ ਦੇ ਕੇ ਮੈਦਾਨੀ ਇਲਾਕਿਆਂ ਵੱਲ ਆ ਜਾਂਦੀਆਂ ਨੇ। ਹਜ਼ਾਰਾਂ ਸੈਂਕੜੇ ਕੋਹ ਦਾ ਫਾਸਲਾ ਹੋ ਜਾਂਦਾ ਹੈ। ਉਹਨਾਂ ਬੱਚਿਆਂ ਨੂੰ ਨਾ ਜਾ ਕੇ ਉਹ ਦੇਖ ਸਕਦੀਆਂ ਨੇ ਰੋਜ਼, ਨਾ ਉਹਨਾਂ ਬੱਚਿਆਂ ਨੂੰ ਉਹ ਚੋਗਾ ਰੋਜ਼ ਦੇ ਸਕਦੀਆਂ ਨੇ, ਨਾ ਉਦੋਂ ਉਹਨਾਂ ਕੋਲ ਕੋਈ ਸਾਡੇ ਵਰਗੇ ਟੈਲੀਫੋਨ ਜਾਂ ਹੋਰ ਸਾਧਨ ਹਨ। ਇੱਕ ਸਿਮਰਨ ਹੈ ਕਿ ਉਹ ਆਪਣੇ ਬੱਚੇ ਸੈਂਕੜੇ ਕੋਹ ਤੋਂ ਪਾਲ ਲੈਂਦੀਆਂ ਨੇ। ਬਹੁਤ ਸਾਰੇ ਤਰੀਕੇ ਧਿਆਨ ਨੂੰ ਜੋੜਨ ਦੇ ਸਨ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਮਹਾਰਾਜ ਨੇ ਬਹੁਤ ਸਾਰੇ ਉਹਨਾਂ ਸਾਧਨਾਂ ਦਾ ਜ਼ਿਕਰ ਕੀਤਾ ਹੈ। ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਵੀ ਭਗਤੀ ਯੋਗ, ਗਿਆਨ ਯੋਗ, ਜਪ ਯੋਗ, ਯੱਗ ਯੋਗ, ਕਈ ਤਰ੍ਹਾਂ ਦਾ ਯੋਗ ਦੱਸਿਆ। ਯੋਗ ਮੈਨੇ ਜੁੜਨਾ, ਯੋਗ ਦਾ ਮਤਲਬ ਹੈ ਇਕਾਗਰ ਹੋ ਜਾਣਾ, ਬਿਰਤੀ ਦਾ ਇਕਾਗਰ ਹੋ ਜਾਣਾ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲਯੁਗ ਦੇ ਵਿੱਚ ਸਭ ਤੋਂ ਪ੍ਰਧਾਨ ਜਿਹੜਾ ਤਰੀਕਾ ਹੈ, ਸਾਡਾ ਧਿਆਨ ਜੁੜ ਜਾਵੇ, ਸਾਡੀ ਬਿਰਤੀ ਇਕਾਗਰ ਹੋ ਜਾਵੇ, ਸਾਡਾ ਮਨ ਖਿੰਡਾਓ ਵਿੱਚੋਂ ਹਟ ਕੇ ਇਕਾਗਰਤਾ ਵਿੱਚ ਆ ਜਾਵੇ, ਉਹ ਸਤਿਗੁਰੂ ਜੀ ਨੇ ਕੀਰਤਨ ਨੂੰ ਦਿੱਤਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਜਦੋਂ ਗੱਜ ਗੱਜ ਕੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਹੌਲੇ ਹੌਲੇ, ਇੱਕ ਦਿਨ ਤਾਂ ਨਹੀਂ ਪਰ ਸਹਿਜੇ ਸਹਿਜੇ ਅਭਿਆਸ, ਪ੍ਰੈਕਟਿਸ ਹਰ ਚੀਜ਼ ਵਿੱਚ ਚਾਹੀਦੀ ਹੈ। ਦੁਨੀਆ ਦਾ ਕੋਈ ਵੀ ਕੰਮ ਹੈ ਬਿਨਾਂ ਪ੍ਰੈਕਟਿਸ ਦੇ, ਬਿਨਾਂ ਅਭਿਆਸ ਦੇ ਨਹੀਂ ਬਣਦਾ। ਨਾਮ ਦਾ, ਕੀਰਤਨ ਦਾ ਅਭਿਆਸ ਸਾਡੀ ਸੁਰਤ ਨੂੰ ਇਕਾਗਰ ਕਰਕੇ ਪਰਮੇਸ਼ਰ ਸਾਡਾ ਧਿਆਨ ਲਾ ਦਿੰਦਾ ਹੈ। ਜਦੋਂ ਧਿਆਨ ਲੱਗਦਾ ਹੈ, ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸ਼ੀ। ਸੁਰਤੀ ਦੇ ਰਸਤੇ 'ਤੇ ਚੱਲ ਕੇ ਸੰਸਾਰ ਨਾਲੋਂ ਵੱਖਰਾ ਨਜ਼ਰੀਆ, ਇੱਕ ਨਜ਼ਰੀਆ ਸਾਡੇ ਕੋਲ ਸਾਰਿਆਂ ਕੋਲ ਹੀ ਹੈ। ਆਪਾਂ ਇਸ ਸੰਸਾਰ ਨੂੰ ਸੱਤ ਮੰਨੀ ਬੈਠੇ ਹਾਂ, ਜਦੋਂ ਕਿ ਮਹਾਰਾਜ ਕਹਿੰਦੇ ਆ ਇਹ ਸਾਰਾ ਹੀ ਸੰਸਾਰ ਅਸਤ ਹੈ। ਜਿਹੜੀ ਚੀਜ਼ ਹੈ ਉਹ ਲੱਗਦੀ ਨਹੀਂ ਹੈ, ਜਿਹੜੀ ਨਹੀਂ ਹੈ ਉਹ ਲੱਗਦੀ ਹੈ। ਆਖੋ ਸ੍ਰੀ ਵਾਹਿਗੁਰੂ। ਪਰਮੇਸ਼ਰ ਹੈ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਲੱਗਦਾ ਪਤਾ ਨਹੀਂ ਹੈ ਕਿ ਨਹੀਂ ਹੈ। ਸਾਡਾ ਧਾਰਮਿਕ ਲੋਕਾਂ ਦਾ, ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਮਸੀਤਾਂ ਵਿੱਚ ਆਉਣ ਵਾਲਿਆਂ ਦਾ ਵਿਸ਼ਵਾਸ ਵੀ ਡੋਲ ਜਾਂਦਾ ਹੈ। ਪਤਾ ਨਹੀਂ ਰੱਬ ਹੈ ਕਿ ਨਹੀਂ ਹੈ। ਪਰ ਜਿਹੜੀ ਆ ਦੁਨੀਆ ਹੈ, ਜੋ ਦੋ ਅੱਖਾਂ ਨਾਲ, ਦੋ ਕੰਨਾਂ ਨਾਲ, ਦੋ ਨਾਸਕਾਂ ਨਾਲ, ਰਸਨਾ ਨਾਲ ਜਾਂ ਚਮੜੀ ਨਾਲ, ਪੰਜ ਗਿਆਨ ਇੰਦਰੀਆਂ ਦੁਆਰਾ ਜਾਂ ਸਾਡੇ ਮਨ ਜਾਂ ਬੁੱਧੀ ਦੁਆਰਾ ਜੋ ਸਾਡੀ ਫੀਲਿੰਗ 'ਚ ਆ ਰਿਹਾ ਹੈ, ਜੋ ਸਾਡੇ ਅਨੁਭਵ ਵਿੱਚ ਆ ਰਿਹਾ ਹੈ, ਉਹ ਸੱਚ ਲੱਗਦਾ ਹੈ। ਸੰਸਾਰ ਹੈ। ਕੋਈ ਕਹਿ ਦੇਵੇ, ਬ੍ਰਹਮ ਗਿਆਨੀ ਕਹਿਣਗੇ, ਮਹਾਂਪੁਰਸ਼ ਕਹਿਣਗੇ, ਗੁਰੂ ਨਾਨਕ ਸਾਹਿਬ ਕਹਿਣਗੇ, ਸੰਸਾਰ ਹੈ ਨਹੀਂ। ਆਪਾਂ ਸਾਰੇ ਕਹਾਂਗੇ ਬਾਬੇ ਨੂੰ ਕੀ ਹੋ ਗਿਆ, ਸਾਹਮਣੇ ਤਾਂ ਦੁਨੀਆ ਦਿਸਦੀ ਹੈ, ਬਾਬਾ ਕਹਿੰਦਾ ਹੈ ਕੋਈ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਨੇ ਐਸੀ ਅਵਸਥਾ ਬ੍ਰਹਮ ਗਿਆਨੀ ਦੀ ਆਉਂਦੀ ਹੈ, ਜਬ ਆਕਾਰ ਇਉ ਕਛ ਨਾ ਦ੍ਰਿਸ਼ਟੇਤਾ। ਜਦੋਂ ਇਹ ਸੰਸਾਰ ਕੁਛ ਵੀ ਨਹੀਂ ਦਿਸਦਾ, ਕੁਛ ਵੀ ਨਹੀਂ ਦਿਸਦਾ,
ਕਿਉਂਕਿ ਜੇ ਹੋਵੇ ਤਾਂ ਦਿਸੇ। ਬ੍ਰਹਮ ਗਿਆਨੀ ਨੂੰ ਪਤਾ ਲੱਗ ਜਾਂਦਾ, ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ। ਉਹ ਉਲਟੀ ਨਜ਼ਰ, ਸੰਸਾਰ ਨਾਲੋਂ ਵੱਖਰੀ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ, ਜੋ ਧੰਨ ਧੰਨ ਜਗਤ ਮਾਤਾ ਜੀ ਨੂੰ, ਮਾਤਾ ਸਾਹਿਬ ਦੇਵਾਂ ਜੀ ਨੂੰ ਪ੍ਰਾਪਤ ਹੋਈ ਹੈ। ਸੰਸਾਰ ਤੋਂ ਵੱਖਰੀ ਦ੍ਰਿਸ਼ਟੀ ਪ੍ਰਾਪਤ ਹੋਈ ਹੈ। ਹਰ ਇੱਕ ਇਸਤਰੀ ਇਸ ਸੰਸਾਰ ਦੇ ਵਿੱਚ, ਪੁਰਸ਼ ਹੋਵੇ ਇਸਤਰੀ ਹੋਵੇ, ਉਹ ਪੰਜਾਂ ਹੀ ਵਿਸ਼ਿਆਂ ਨੂੰ, ਜਿਹੜੇ 5 ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ, ਉਹਨਾਂ ਨੂੰ ਗ੍ਰਹਿਣ ਕਰਦੇ ਨੇ। ਕੰਨਾਂ ਨਾਲ ਆਵਾਜ਼ ਨੂੰ ਆਪਾਂ ਸੁਣਦੇ ਹਾਂ। ਕੋਇਲ ਦੀ ਆਵਾਜ਼ ਸਾਨੂੰ ਸਾਰਿਆਂ ਨੂੰ ਸੁਰੀਲੀ ਅਤੇ ਮਿੱਠੀ ਲੱਗਦੀ ਹੈ। ਕਾਂ ਦੀ ਆਵਾਜ਼ ਸਾਡੇ ਕੰਨ ਪਾੜਦੀ ਹੈ। ਰਾਗ ਦਵੈਸ਼ ਹੈ ਦੋਵਾਂ ਚੀਜ਼ਾਂ ਵਿੱਚ। ਜਿਹੜੀ ਚੀਜ਼ ਚੰਗੀ ਲੱਗਦੀ ਉਹਦੇ ਨਾਲ ਰਾਗ ਹੈ। ਰਾਗ ਨਾਮ ਹੈ ਆਕਰਸ਼ਣ ਦਾ, ਰਾਗ ਨਾਮ ਹੈ ਪ੍ਰੇਮ ਦਾ, ਰਾਗ ਨਾਮ ਹੈ ਲਗਾਓ ਦਾ। ਜਿਹੜੀ ਚੀਜ਼ ਸਾਨੂੰ ਨਾ ਚੰਗੀ ਲੱਗੇ ਉਹਦੇ ਨਾਲ ਸਾਡੀ ਦਵੈਸ਼ ਹੁੰਦੀ ਹੈ। ਹਜ਼ਾਰਾਂ ਲੱਖਾਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਨੂੰ ਪਸੰਦ ਨਹੀਂ, ਉਹ ਦਵੈਸ਼ ਹੈ। ਲੱਖਾਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਨੂੰ ਪਸੰਦ ਨੇ, ਉਹ ਰਾਗ ਹੈ। ਕੰਨਾਂ ਨਾਲ ਵੀ ਐਸਾ ਹੁੰਦਾ। ਫਿਰ ਸਪਰਸ਼ ਹੈ। ਆ ਸਾਡੀ ਚਮੜੀ ਨੂੰ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ ਨੇ। ਆ ਲੋਈ ਇਸ ਵੇਲੇ ਸਾਨੂੰ ਚੰਗੀ ਲੱਗਦੀ ਹੈ, ਪਰ ਗਰਮੀ ਦੇ ਦਿਨਾਂ ਵਿੱਚ, ਜੇਠ ਹਾੜ ਦੇ ਦਿਨਾਂ ਵਿੱਚ ਇਹ ਚੰਗੀ ਨਹੀਂ ਲੱਗੇਗੀ। ਇਹ ਸਪਰਸ਼ ਸਾਨੂੰ ਚੰਗਾ ਨਹੀਂ ਲੱਗੇਗਾ, ਉਹ ਦਵੈਸ਼ ਹੈ। ਇਸੇ ਤਰ੍ਹਾਂ ਅੱਖਾਂ ਦੇ ਨਾਲ ਕੁਝ ਸੀਨ ਵੇਖਣ ਨੂੰ ਚੰਗੇ ਲੱਗਦੇ ਆ। ਬਗੀਚਾ ਹੋਵੇ, ਫੁੱਲ ਖਿੜੇ ਹੋਣ, ਸਾਡਾ ਜੀਅ ਕਰਦਾ ਹੈ ਇਸ ਬਾਗ ਦੇ ਵਿੱਚ ਟਹਿਲੀਏ, ਵੇਖੀਏ ਕਿੰਨਾ ਸੋਹਣੇ ਫੁੱਲ ਖਿੜੇ ਹਨ। ਜੇ ਕਿਤੇ ਸਾਹਮਣੇ ਸੱਪ ਆ ਜਾਵੇ, ਕੋਈ ਗੰਦਗੀ ਆ ਜਾਵੇ, ਕੋਈ ਮਾੜਾ ਸੀਨ, ਕੋਈ ਐਕਸੀਡੈਂਟ ਹੋਇਆ ਹੋਵੇ, ਕੋਈ ਐਸੀ ਚੀਜ਼ ਦੇਖ ਕੇ ਮਨ ਨੂੰ ਗਿਲਾਨੀ ਆ ਜਾਂਦੀ ਹੈ, ਉਹ ਦਵੈਸ਼ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਮਿੱਠਾ ਚੰਗਾ ਲੱਗਦਾ ਹੈ, ਕੌੜਾ ਨਹੀਂ ਚੰਗਾ ਲੱਗਦਾ ਜੀਭ ਨੂੰ। ਪੰਜੇ ਹੀ ਗਿਆਨ ਇੰਦਰੀਆਂ ਦੀ ਐਸੀ ਦਸ਼ਾ ਰਾਗ ਦਵੈਸ਼ ਕਰਕੇ ਹੁੰਦੀ ਹੈ। ਕੋਈ ਇਸ ਤੋਂ ਪਰੇ ਲੰਘਦਾ ਉਲਟੀ ਨਜ਼ਰ ਵਾਲਾ, ਸੰਸਾਰ ਨੂੰ ਨਹੀਂ ਸਮਝ ਆਉਂਦੀ ਹੈ ਕੀ ਕਰ ਰਿਹਾ। ਸੰਸਾਰ ਉਹਨਾਂ ਮਹਾਂਪੁਰਸ਼ਾਂ ਨੂੰ ਸਮਝਦਾ ਨਹੀਂ, ਬਲਕਿ ਕਹਿੰਦਾ ਹੈ ਕੋਈ ਆਖੇ ਭੂਤਨਾ, ਕੋ ਕਹੈ ਬੇਤਾਲਾ। ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਭੂਤ ਚਿੰਬੜ ਗਏ ਨੇ, ਕੋਈ ਕਹਿੰਦਾ ਬੇਤਾਲ ਚਿੰਬੜ ਗਿਆ ਹੈ। ਭਗਤ ਕਬੀਰ ਸਾਹਿਬ ਨੂੰ ਕਹਿੰਦੇ ਨੇ, ਲੋਕ ਕਹੈ ਕਬੀਰ ਬੌਰਾਨਾ, ਇਹਦਾ ਦਿਮਾਗ ਠੀਕ ਨਹੀਂ ਹੈ। ਕਬੀਰ ਕਾ ਮਰਮ ਰਾਮ ਪਹਿਚਾਨਾ। ਇਹ ਬੱਚੀ ਜਦੋਂ ਦਾ ਜਨਮ ਲਿਆ, ਰੋਹਤਾਸ ਸ਼ਹਿਰ ਦੇ ਵਿੱਚ ਭਾਈ ਰਾਮੂ ਜੀ, ਉਹਨਾਂ ਦੇ ਘਰ ਗੁਰੂ ਕੀ ਸਿੱਖੀ ਦਾ ਮੂਲ ਤੋਂ ਹੀ ਪ੍ਰਚਾਰ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਜਾ ਕੇ ਚਸ਼ਮਾ ਚਲਾਇਆ, ਉੱਥੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਉੱਥੇ ਅਸਥਾਨ ਮੌਜੂਦ ਹੈ, ਹੁਣ ਭਾਵੇਂ ਉਹ ਪਾਕਿਸਤਾਨ ਵਿੱਚ ਚਲਾ ਗਿਆ। ਬਹੁਤ ਕੁਝ ਸਾਡਾ ਇਤਿਹਾਸ, ਸਾਡਾ ਵਿਰਸਾ ਉੱਧਰ ਰਹਿ ਗਿਆ। ਸੰਨ 47 ਵਿੱਚ ਉਸ ਨਗਰ ਦੇ ਵਿੱਚ ਸਿੱਖੀ ਦਾ ਬੋਲਬਾਲਾ ਸੀ। ਭਾਈ ਰਾਮੂ ਜੀ ਨੇ ਫੁਰਨਾ ਕੀਤਾ, ਆ ਜਿਹੜੀ ਮੇਰੀ ਬੱਚੀ ਆਈ ਹੈ, ਇਹ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕਰੇਗੀ, ਇਹ ਗੁਰੂ ਕੀ ਦਾਸੀ ਬਣੇਗੀ। ਕਿਉਂਕਿ ਸਾਧ ਸੰਗਤ ਜੀ, ਗੁਰੂ ਕੇ ਸਿੱਖਾਂ ਦੇ ਫੁਰਨੇ ਕੀ ਹੁੰਦੇ ਨੇ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਸਿਹਰਾ ਬਣਿਆ। ਮਹਾਰਾਜਾ ਸਾਹਿਬ ਕਹਿੰਦੇ ਇਹ ਮੇਰੇ ਨੌ ਨਿਹਾਲ ਵਾਸਤੇ ਨਹੀਂ, ਇਹ ਸਤਿਗੁਰੂ ਰਾਮਦਾਸ ਦੇ ਚਰਨਾਂ ਵਿੱਚ ਚੜ੍ਹਨਾ ਚਾਹੀਦਾ। ਕੋਈ ਵੀ ਗੁਰੂ ਕਾ ਸਿੱਖ ਪਿਆਰ ਗੁਰੂ ਨੂੰ ਕਰਦਾ ਹੋਵੇ, ਆਪਣੇ ਆਪ ਨੂੰ ਹੀ ਗੁਰੂ ਤੋਂ ਵਾਰ ਦਿੰਦਾ ਹੈ, ਸਭ ਕੁਛ ਗੁਰੂ ਤੋਂ ਕੁਰਬਾਨ ਕਰਦਾ ਹੈ। ਮੇਰੀ ਬੱਚੀ ਗੁਰੂ ਦੀ ਸੇਵਾ ਕਰੇਗੀ, ਇਹ ਫੁਰਨਾ ਹੋਇਆ। ਗੁਰੂ ਨੇ ਕਿਰਪਾ ਕੀਤੀ, ਮਾਤਾ ਜੀ ਦਾ ਆਗਮਨ ਹੋਇਆ। ਔਰ ਸਾਧ ਸੰਗਤ ਜੀ, ਅੱਜ ਕੱਲ੍ਹ ਬਹੁਤ ਸਾਰੇ ਸੰਸਾਰ ਦੇ ਵਿੱਚ ਨਾਸਤਿਕਤਾ ਦਾ ਜ਼ੋਰ ਹੋ ਗਿਆ। ਐਸੀਆਂ ਕੁਝ ਗੱਲਾਂ ਜਿਹੜੀਆਂ ਅਧਿਆਤਮਿਕ ਹਨ, ਉਹ ਸਾਡੇ ਵਰਗਿਆਂ ਦੀ ਸਮਝ ਵਿੱਚ ਨਹੀਂ ਆਉਂਦੀਆਂ। ਜਿਹੜੀ ਗੱਲ ਸਾਡੀ ਸਮਝ ਨਹੀਂ ਆਉਂਦੀ, ਅਸੀਂ ਕਹਿੰਦੇ ਹੋ ਹੀ ਨਹੀਂ ਸਕਦੀ। ਪਰ
ਜੋ ਸਾਡੇ ਪੁਰਾਤਨ ਬਜ਼ੁਰਗ ਗੁਰਸਿੱਖ ਸਨ, ਭਾਈ ਸਾਹਿਬ ਸੰਤੋਖ ਸਿੰਘ ਜੀ ਵਰਗੇ, ਗਿਆਨੀ ਗਿਆਨ ਸਿੰਘ ਜੀ ਵਰਗੇ, ਭਾਈ ਰਤਨ ਸਿੰਘ ਜੀ ਵਰਗੇ, ਜਿਨ੍ਹਾਂ ਦਾ ਅਨੁਭਵ ਖੁੱਲ੍ਹਾ ਹੋਇਆ ਸੀ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਭਾਈ ਸੰਤੋਖ ਸਿੰਘ ਜੀ ਦੇ ਬਾਰੇ ਕੁਝ ਬਚਨ ਕਹੇ ਨੇ। ਉਹ ਕਹਿੰਦੇ, ਸਿੱਖੋ ਸ਼ੁਕਰ ਕਰੋ, ਸਿੱਖੋ ਸ਼ੁਕਰ ਕਰੋ ਵੀ ਤੁਹਾਡੇ ਗੁਰੂਆਂ ਦਾ ਇਤਿਹਾਸ ਇੱਕ ਧਿਆਨੀ ਪੁਰਸ਼ ਨੇ ਲਿਖਿਆ ਹੈ, ਜਿਹਦਾ ਧਿਆਨ ਜੁੜਿਆ ਹੋਇਆ ਸੀ, ਜਿਹਦੀ ਸੁਰਤ ਇਕਾਗਰ, ਉਹ ਧਿਆਨ ਦੇ ਮੰਡਲਾਂ ਵਿੱਚ ਜੋ ਉਸਨੇ ਦੇਖਿਆ, ਅਨੁਭਵ ਕੀਤਾ, ਉਹ ਲਿਖਿਆ ਹੈ। ਸਾਧ ਸੰਗਤ ਜੀ, ਇਹ ਜਿਹੜੀ ਆਤਮਾ ਇਹ ਨਹੀਂ ਮਰਦੀ, ਇਹ ਨਾ ਜੰਮਦੀ ਹੈ, ਨਾ ਮਰਦੀ ਹੈ, ਨਾ ਆਉਂਦੀ ਹੈ, ਨਾ ਜਾਂਦੀ ਹੈ, ਇਹ ਸਦਾ ਹੀ ਹੈ। ਇਹ ਪਰਮੇਸ਼ਰ ਦੀ ਜੋਤ ਹੈ, ਪਰ ਸਾਨੂੰ ਸਾਰਿਆਂ ਨੂੰ ਇਹਦਾ ਅਨੁਭਵ ਹੋਵੇ ਐਸਾ ਜ਼ਰੂਰੀ ਨਹੀਂ ਹੈ। ਇਹ ਅਨੁਭਵ ਗੁਰੂ ਕਿਰਪਾ ਨਾਲ ਹੁੰਦਾ ਹੈ। ਐਸੀਆਂ ਰੂਹਾਂ ਦਾ ਸਦੀਵੀ ਪ੍ਰੇਮ ਹੁੰਦਾ ਹੈ। ਬੜੇ ਸੋਹਣੇ ਬਚਨ ਕਿਸੇ ਫਾਰਸੀ ਦੇ, ਉਰਦੂ ਦੇ ਸ਼ਾਇਰਾਂ ਨੇ, ਪੰਜਾਬੀ ਦੇ ਸ਼ਾਇਰਾਂ ਨੇ ਲਿਖੇ ਨੇ। ਸ਼ਾਇਦ ਸਾਈਂ ਬੁੱਲੇ ਸ਼ਾਹ ਜੀ ਦੇ ਬਚਨ ਨੇ। ਉਹ ਕਹਿੰਦੇ ਆ, ਮੇਰੀ ਤੇ ਰਾਂਝੇ ਦੀ ਪ੍ਰੀਤ ਚਿਰੋਕੀ, ਜਦੋਂ ਚੂਚਕ ਮੂਚਕ ਨਾਈ। ਮੇਰੀ ਤੇ ਰਾਂਝੇ ਦੀ ਪ੍ਰੀਤ ਚਿਰੋਕੀ, ਉਦੋਂ ਦੀ ਹੈ, ਉਦੋਂ ਦੀ ਹੈ ਇਹ ਪ੍ਰੀਤ, ਜਦੋਂ ਇਹ ਸੰਸਾਰ ਨਹੀਂ ਸੀ ਬਣਿਆ, ਜਦੋਂ ਇਹ ਧਰਤੀ ਨਹੀਂ ਸੀ ਬਣੀ, ਜਦੋਂ ਇਹ ਪਸਾਰਾ ਹੀ ਨਹੀਂ ਸੀ ਪਸਰਿਆ, ਉਦੋਂ ਦੀ ਮੇਰੀ ਪ੍ਰੀਤ ਹੈ। ਇਹ ਪ੍ਰੀਤ ਆਤਮਾ ਤੇ ਪਰਮਾਤਮਾ ਦੀ ਪ੍ਰੀਤ ਹੈ। ਮਾਤਾ ਜੀ ਦਾ ਸਤਿਗੁਰਾਂ ਨਾਲ ਆਤਮਿਕ ਪ੍ਰੇਮ ਸੀ, ਔਰ ਇਹ ਅਨਾਦਿ ਪ੍ਰੇਮ ਸੀ। ਇਹ ਕਦੋਂ ਤੋਂ ਸੀ ਇਹ ਦੱਸਿਆ ਨਹੀਂ ਜਾ ਸਕਦਾ। ਟਾਈਮਲੈਸ, ਟਾਈਮ ਨਹੀਂ ਉੱਥੇ। ਆਪਾਂ ਟਾਈਮ ਦੇ ਅਨੁਸਾਰ ਚੱਲਦੇ ਹਾਂ। ਪਾਸਟ, ਪ੍ਰੈਜ਼ੈਂਟ ਅਤੇ ਫਿਊਚਰ ਤੋਂ ਬਾਹਰ ਅਸੀਂ ਨਹੀਂ ਨਿਕਲ ਸਕਦੇ। ਅਸੀਂ ਤਿੰਨਾਂ ਕਾਲਾਂ ਦੇ ਵਿੱਚ ਵਿਚਰਦੇ ਹਾਂ। ਜਿਹੜਾ ਤਿੰਨਾਂ ਤੋਂ ਪਰੇ ਅਕਾਲ ਹੈ, ਉਹਦੀ ਗੱਲ ਹੈ ਇਹ। ਕਹਿੰਦੇ ਮਾਤਾ ਜੀ ਦਾ ਗੁਰੂ ਨਾਲ ਇਤਨਾ ਪਿਆਰ ਕਿ ਜਦੋਂ ਸਮਾਂ ਆਇਆ, ਉਹ ਪ੍ਰੀਤ ਪਰਬਲ ਹੋਈ। ਆਬੇ ਪ੍ਰੀਤ ਮਹਾਪਰਬਲ ਪਹੀ। ਸਾਰੀ ਸੰਗਤ ਨੇ ਜੋ ਬਾਬਾ ਰਾਮੂ ਜੀ ਨੇ ਫੁਰਨਾ ਕੀਤਾ ਸੀ, ਉਹ ਲਿਆ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਕੀਤਾ। ਫੁਰਨਾ ਪਾਤਸ਼ਾਹ ਦੇ ਚਰਨਾਂ ਵਿੱਚ ਜ਼ਾਹਰ ਕੀਤਾ। ਮਹਾਰਾਜ ਜੀ, ਸਾਡੀ ਬੇਟੀ ਆਪ ਜੀ ਦੇ ਚਰਨਾਂ 'ਚ ਸੇਵਾ ਕਰੇਗੀ। ਅਸੀਂ ਇਹਦੇ ਜਨਮ ਤੋਂ ਫੁਰਨਾ ਕੀਤਾ ਹੋਇਆ ਹੈ। ਔਰ ਇਹ ਗੱਲ ਸੰਮਤ ਸਾਧ ਸੰਗਤ ਜੀ 1757 ਬਿਕਰਮੀ ਅਤੇ ਈਸਵੀ ਸੀਗਾ ਪੂਰਾ 1700। ਅੱਜ ਕੱਲ੍ਹ ਕਈ ਵਾਰੀ ਸਾਡੇ ਕੁਝ ਵੀਰ ਜਾਣੇ ਅਣਜਾਣੇ ਇਤਿਹਾਸ ਨੂੰ ਪਤਾ ਨਹੀਂ ਕਿਹੜਾ ਕਿਹੜਾ ਰੰਗ ਦੇ ਦਿੰਦੇ ਨੇ। ਕਹਿਣਗੇ ਜੀ ਮਾਤਾ ਸਾਹਿਬ ਦੇਵਾਂ ਜੀ ਨੇ ਪਤਾਸੇ ਪਾਏ ਸੀ ਅੰਮ੍ਰਿਤ ਸੰਚਾਰ ਵਿੱਚ। ਆਮ ਤੌਰ 'ਤੇ ਆਪਾਂ ਹੁਣ ਕਈ ਵਾਰੀ ਇੱਦਾਂ ਹੀ ਸੁਣਨ ਲੱਗ ਪਏ ਆ, ਪਰ ਜਦੋਂ ਕਿ ਅੰਮ੍ਰਿਤ ਸੰਚਾਰ ਵੇਲੇ ਤੇ ਮਾਤਾ ਜੀ ਅਨੰਦਪੁਰ ਸਾਹਿਬ ਆਏ ਹੀ ਨਹੀਂ ਸਨ। ਉਦੋਂ ਮਾਤਾ ਵੱਡੇ ਸਨ, ਮਾਤਾ ਜੀਤਾਂ ਜੀ। ਜਦੋਂ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਪੜ੍ਹੀ ਜਾਂਦੇ ਆ, ਖੰਡਾ ਫੇਰੀ ਜਾਂਦੇ ਆ, ਅਤੇ ਤੇਜ ਤੇਜ ਜੋ ਚੰਡੀ ਬਾਣੀ, ਸ੍ਰੀ ਮੁਖ ਅੰਮ੍ਰਿਤ ਮੱਧ ਬਖਾਣੀ, ਭਾਈ ਰਤਨ ਸਿੰਘ ਲਿਖਿਆ। ਜੋ ਬਾਣੀ ਪੜ੍ਹੀ ਜਾਂਦੇ ਵੀਰ ਰਸ ਦੀ, ਤਾਂ ਦੋ ਚਿੜੇ ਆਏ। ਪਾਤਸ਼ਾਹ ਨੇ ਇੱਕ ਡਬੋਲੀਏ ਵਿੱਚ ਛੋਟਾ ਬਾਟਾ, ਉਹਦੇ ਵਿੱਚ ਕੁਝ ਬੂੰਦਾਂ ਪਾ ਕੇ ਉਹਨਾਂ ਨੂੰ ਛਕਾਈਆਂ। ਉਹ ਆਪਸ ਵਿੱਚ ਭਿੜ ਪਏ। ਅੱਧਾ ਘੰਟਾ ਉਹ ਲੜੀ ਗਏ, ਲੜੀ ਗਏ, ਲੜੀ ਗਏ, ਅਤੇ ਲੜਦੇ ਲੜਦੇ ਦੋਵੇਂ ਚਿੜੇ ਸਮਾਪਤ ਹੋ ਗਏ। ਭਾਈ ਰਾਮ ਕੋਇਰ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ, ਜਿਨ੍ਹਾਂ ਨੇ ਕਲਗੀਧਰ ਜੀ ਨੂੰ ਗੁਰਿਆਈ ਦਾ ਤਿਲਕ ਵੀ ਦਿੱਤਾ ਹੈ, ਉਹ ਗਏ ਮਾਤਾ ਜੀ ਕੋਲ। ਮਾਤਾ ਜੀਤਾਂ ਜੀ ਕੋਲ ਵੱਡੇ ਸਨ। ਅੱਜ ਕੱਲ੍ਹ ਤਾਂ ਇਹ ਵੀ ਪ੍ਰਚਾਰ ਕੀਤਾ ਜਾਂਦਾ ਹੈ, ਆਖੇ ਜੀ ਮਾਤਾ ਜਦੋਂ ਘਰ ਦਾ ਜਨਮ ਹੋਇਆ, ਉਹਦਾ ਨਾਂ ਜੀਤੋ ਰੱਖਿਆ। ਜਦੋਂ ਗੁਰੂ ਘਰ 'ਚ ਆਏ ਅਤੇ ਮਾਤਾ ਜੀ ਨੇ, ਮਾਤਾ ਗੁਜਰੀ ਜੀ ਨੇ ਉਹਨਾਂ ਦਾ ਨਾਂ ਸੁੰਦਰੀ ਰੱਖ ਦਿੱਤਾ। ਅਤੇ ਫਿਰ ਅੰਮ੍ਰਿਤ ਛਕਿਆ ਅਤੇ ਉਹਨਾਂ ਨੂੰ ਹੀ ਸਾਹਿਬ ਕੌਰ ਬਣਾ ਤਾ। ਆਹ ਕਿਤਾਬਾਂ ਲਿਖੀਆਂ ਜਾ ਰਹੀਆਂ ਔਰ ਬੜੀਆਂ ਵੱਡੀਆਂ ਸੰਸਥਾਵਾਂ ਵੱਲੋਂ ਛਾਪੀਆਂ ਜਾ ਰਹੀਆਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹਦਾ ਨਿਰਣਾ ਵੀ ਕੀਤਾ, ਹੋਰ ਵਿਦਵਾਨਾਂ ਨੇ ਕੀਤਾ। ਉਹ ਕਹਿੰਦੇ ਦੇਖੋ, ਮਾਤਾ ਜੀਤਾਂ ਜੀ ਦਾ ਅੰਗੀਠਾ ਸ੍ਰੀ ਅਨੰਦਪੁਰ ਸਾਹਿਬ
ਆਗਮਗੜ੍ਹ ਸਾਹਿਬ ਹੈ, ਉੱਥੇ ਉਹਨਾਂ ਦਾ ਸੰਸਕਾਰ ਹੋਇਆ। ਸਨ 1757 ਦੇ ਵਿੱਚ ਮਾਤਾ ਜੀ ਸਾਹਿਬ ਦੇਵਾਂ ਜੀ ਦੇ ਆਉਣ ਤੋਂ ਪਹਿਲਾਂ ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ। ਉਹਨਾਂ ਦਾ ਉੱਥੇ ਸੰਸਕਾਰ ਹੋਇਆ। ਅੰਗੀਠਾ ਸਾਹਿਬ ਬਣਿਆ ਹੋਇਆ ਆਗਮਪੁਰੇ, ਅਨੰਦਪੁਰ ਸਾਹਿਬ, ਹੋਲਗੜ੍ਹ ਸਾਹਿਬ ਕਿਲੇ ਦੇ ਨੇੜੇ ਹੈ। ਮਾਤਾ ਸੁੰਦਰੀ ਜੀ ਦਾ ਅੰਗੀਠਾ ਆ ਆਪਾਂ ਦਰਸ਼ਨ ਕਰ ਰਹੇ ਹਾਂ। ਬਾਲਾ ਸਾਹਿਬ ਵੀ ਸਨ 1804 ਬਿਕਰਮੀ ਤੇ 1747-48 ਦਾ ਇਹ ਸਮਾਂ ਬਣਦਾ ਈਸਵੀ ਦਾ, ਮਾਤਾ ਜੀ ਦਾ, ਵੱਡੇ ਮਾਤਾ ਸੁੰਦਰੀ ਜੀ ਦਾ। ਮਾਤਾ ਸਾਹਿਬ ਦੇਵਾਂ ਜੀ ਦਾ ਚਲਾਣਾ ਪਹਿਲਾਂ ਹੋਇਆ, ਭਾਈ ਕਾਹਨ ਸਿੰਘ ਜੀ ਨਾਭਾ ਲਿਖਿਆ। ਪਰ ਦਾਸ ਨੂੰ ਜਿੱਥੋਂ ਤੱਕ ਸਮਝ ਆਈ, ਮਾਤਾ ਜੀ ਦੇ 8 ਹੁਕਮਨਾਮੇ ਸਾਨੂੰ ਮਿਲਦੇ। ਡਾਕਟਰ ਗੰਡਾ ਸਿੰਘ ਜੀ ਨੇ ਸਤਿਗੁਰਾਂ ਦੇ ਅਤੇ ਮਾਤਾਵਾਂ ਦੇ ਹੁਕਮਨਾਮੇ ਇਕੱਠੇ ਕਰਕੇ ਕੋਸ਼ਿਸ਼ ਕੀਤੀ ਵੱਧ ਤੋਂ ਵੱਧ ਲੱਭਣ ਦੀ। 22 ਹੁਕਮਨਾਮੇ ਗੁਰੂ ਤੇਗ ਬਹਾਦਰ ਸਾਹਿਬ ਦੇ ਉਹਨਾਂ ਨੂੰ ਲੱਭੇ। 33 ਹੁਕਮਨਾਮੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲੱਭੇ। 8 ਮਾਤਾ ਸੁੰਦਰੀ ਜੀ ਦੇ ਤੇ 8 ਮਾਤਾ ਸਾਹਿਬ ਦੇਵਾਂ ਜੀ ਦੇ ਲੱਭੇ। ਉਹਦੇ ਵਿੱਚ ਜਿਹੜਾ ਲਾਸਟ ਹੁਕਮਨਾਮਾ ਮਾਤਾ ਸਾਹਿਬ ਦੇਵਾਂ ਜੀ ਦਾ ਮਿਲਿਆ, ਉਹ 1734 ਤੱਕ ਮਿਲਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ 8ਵੇਂ ਜੋਤੀ ਜੋਤ ਸਮਾਏ। 34 ਤੱਕ ਕਿੰਨੇ ਸਾਲ ਬਣਦੇ ਨੇ? 26 ਸਾਲ। ਇਹਦਾ ਮਤਲਬ ਕਲਗੀਧਰ ਜੀ ਤੋਂ 26 ਸਾਲ ਬਾਅਦ ਮਾਤਾ ਜੀ ਇੱਥੇ ਸਨ। ਉਸ ਤੋਂ ਬਾਅਦ ਉਹਨਾਂ ਦਾ ਸਰੀਰ ਸਾਡੇ ਇਸ ਸੰਸਾਰ ਤੋਂ ਪਰਦਾ ਕੀਤਾ। ਸੋ ਇਹ ਕੁਝ ਇਤਿਹਾਸਕ ਨੁਕਤੇ ਵੀ ਹਨ ਜਿਹੜੇ ਸਾਨੂੰ ਵਿਚਾਰ ਲੈਣੇ ਚਾਹੀਦੇ। ਮਾਤਾ ਜੀਤਾਂ ਜੀ ਨੇ ਪਤਾਸੇ ਪਾਏ ਅੰਬਾਟੇ ਦੇ ਵਿੱਚ, ਪਰ ਖਾਲਸੇ ਦੀ ਮਾਤਾ ਫਿਰ ਸਾਹਿਬ ਦੇਵਾਂ ਜੀ ਨੂੰ ਕਿਉਂ ਕਿਹਾ ਜਾਂਦਾ? ਇਸ ਕਰਕੇ ਕਿ ਜਦੋਂ ਮਾਤਾ ਜੀ ਨੇ ਫੁਰਨਾ ਕੀਤਾ ਕਿ ਮੇਰਾ ਵੀ ਕੋਈ ਸੰਸਾਰ 'ਤੇ ਨਾਂ ਲੈਣ ਵਾਲਾ ਕੋਈ ਅੰਸ਼ ਬੰਸ ਹੋਵੇ, ਮੇਰਾ ਵੀ ਪੁੱਤਰ ਹੋਵੇ। ਜਿਵੇਂ ਮਾਤਾ ਜੀਤਾਂ ਜੀ ਦੇ 3 ਸਾਹਿਬਜ਼ਾਦੇ ਹੋਏ ਨੇ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ। ਮਾਤਾ ਸੁੰਦਰੀ ਜੀ ਦੇ ਇੱਕੋ ਹੀ ਸਾਹਿਬਜ਼ਾਦੇ ਹੋਏ ਨੇ, ਵੱਡੇ ਬਾਬਾ ਅਜੀਤ ਸਿੰਘ ਸਾਹਿਬ ਜੀ। ਤੇ ਮਾਤਾ ਸਾਹਿਬ ਦੇਵਾਂ ਜੀ ਦੇ ਆ ਖਾਲਸਾ ਪੰਥ ਹੈ। ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਕਿ ਤੁਹਾਡਾ ਪੁੱਤਰ ਖਾਲਸਾ ਪੰਥ ਤੁਹਾਡੀ ਗੋਦ ਵਿੱਚ ਪਾਤਾ, ਸਦਾ ਹੀ ਰਹੇਗਾ। ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸੰਗਤ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਸਾਰਾ ਇਲਾਕਾ ਇਹਨਾਂ ਨੂੰ ਮਾਤਾ ਮੰਨਦਾ ਹੈ ਬਚਪਨ ਤੋਂ ਹੀ, ਕਿਉਂਕਿ ਸਾਰਿਆਂ 'ਚ ਬਾਬਾ ਰਾਮੂ ਜੀ ਨੇ ਗੱਲ ਪ੍ਰਸਿੱਧ ਕਰਤੀ, ਸੰਗਤ ਵਿੱਚ ਹੌਲੇ ਹੌਲੇ ਪਸਰ ਗਈ ਵੀ ਇਹਨਾਂ ਦਾ ਫੁਰਨਾ ਵੀ ਇਹ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਨਗੇ, ਮਾਤਾ ਜੀ ਕਰਕੇ ਹੀ ਜਾਣਦੇ। ਸਤਿਗੁਰੂ ਕਹਿਣ ਲੱਗੇ ਸਾਡਾ ਤਾਂ ਹੁਣ ਜੰਗੀ ਕਮਰ ਕਸਾ ਸਜਾ ਲਿਆ ਹੈ। ਜੰਗੀ ਕਮਰ ਕਸੇ ਦਾ ਭਾਵ ਹੈ ਵੀ ਅਸੀਂ ਹੁਣ ਗ੍ਰਸਤ ਦੇ ਸੰਸਾਰ ਦੇ ਫੁਰਨਿਆਂ ਵਿੱਚ ਨਹੀਂ ਪੈਣਾ। 4 ਸਾਹਿਬਜ਼ਾਦੇ ਸਾਡੇ ਹੋਣੇ ਸਨ, ਸਰੀਰ ਕਰਕੇ ਉਹ ਮਹਾਰਾਜ ਅਕਾਲ ਪੁਰਖ ਦੇ ਹੁਕਮ ਨਾਲ ਪ੍ਰਗਟ ਹੋਏ ਹਨ। ਔਰ ਇਹ ਵੀ ਕੋਈ ਸਾਧ ਸੰਗਤ ਦੀ ਆਮ ਆਤਮਾਵਾਂ ਨਹੀਂ, ਅਕਾਲ ਪੁਰਖ ਦੀਆਂ ਭੇਜੀਆਂ ਮਹਾਨ ਇਹ ਸ਼ਕਤੀਆਂ ਸਨ 4 ਹੀ ਸਾਹਿਬਜ਼ਾਦੇ। ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ। ਇਹ ਦੇਖੋ ਸੰਸਾਰ ਵਿੱਚ ਮਹਾਂਪੁਰਸ਼ ਤਾਂ ਬੜੇ ਬੜੇ ਹੋਏ, ਪਰ ਬਾਬਾ ਫਤਿਹ ਸਿੰਘ ਜੈਸਾ ਬਣਨਾ ਬੜਾ ਔਖਾ ਹੈ। 7 ਸਾਲ ਤੋਂ ਵੀ ਘੱਟ ਉਮਰ ਦੇ ਵਿੱਚ ਪਰਮ ਪਦਵੀ ਆਤਮ ਪਦਵੀ ਪ੍ਰਾਪਤ ਕਰ ਲਈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਰਬਲੋਕ ਗ੍ਰੰਥ ਵਿੱਚ ਲਿਖਿਆ ਹੈ, ਸਾਹਿਬ ਜੀ ਕਹਿੰਦੇ ਸੰਸਾਰ ਦੀਆਂ ਡਿਕਸ਼ਨਰੀਆਂ ਦੇ ਵਿੱਚ 2 ਲਫ਼ਜ਼ 2 ਵਰਡ 2 ਪਦ ਐਸੇ ਹਨ ਜਿਹੜੇ ਬਹੁਤ ਉੱਚੇ ਹਨ। ਸੰਸਾਰ ਦੀ ਡਿਕਸ਼ਨਰੀ ਭਾਵੇਂ ਉਹ ਕਿਸੇ ਵੀ ਦੇਸ਼ ਕੌਮ ਦੇ ਵਿੱਚ ਕਿਸੇ ਭਾਸ਼ਾ ਵਿੱਚ ਹੋਵੇ, 2 ਵਰਡ ਹਨ। ਇੱਕ ਤਾਂ ਹੈ ਉਸ ਹਸਤੀ ਬਾਰੇ ਜਿਸ ਨੂੰ ਆਪਾਂ ਸਿਰਜਣਹਾਰ ਕਹਿੰਦੇ ਹਾਂ, ਨਿਰੰਕਾਰ ਕਹਿੰਦੇ ਹਾਂ, ਪਰਮੇਸ਼ਰ ਕਹਿੰਦੇ ਹਾਂ, ਵਾਹਿਗੁਰੂ ਕਹਿੰਦੇ ਹਾਂ, ਅੱਲਾ ਕਹਿੰਦੇ ਹਾਂ, ਖੁਦਾ ਕਹਿੰਦੇ ਹਾਂ, ਗਾਡ ਕਹਿੰਦੇ ਹਾਂ, ਭਗਵਾਨ ਕਹਿੰਦੇ ਹਾਂ।
ਉਹ ਇੱਕੋ ਹੀ ਹੈ ਨਾ, ਉਹਦੇ ਭਾਵੇਂ ਕੋਈ ਲੱਖਾਂ ਰੱਖ ਲਵੇ, ਬੇਅੰਤ ਉਹਦੇ ਨਾਮ ਨੇ। ਉਹ ਇੱਕ ਹਸਤੀ ਐਸੀ ਹੈ ਜਿਹੜੀ ਆ ਸਾਰੀ ਕੁੱਲ ਕਾਇਨਾਤ, ਕੁੱਲ ਬ੍ਰਹਮੰਡਾਂ ਦੀ ਮਾਲਕ ਹੈ। ਉਹ ਪਰਮ ਸੱਤ ਹੈ, ਪਰਮੇਸ਼ਰ ਹੈ। ਕਹਿੰਦੇ ਦੂਸਰਾ ਵਰਡ ਹੈ ਗੁਰੂ, ਜੋ ਉਸ ਪਰਮਾਤਮਾ ਦਾ ਹੀ, ਵਾਹਿਗੁਰੂ ਦਾ ਹੀ, ਪਰਮੇਸ਼ਰ ਦਾ ਹੀ ਰੂਪ ਹੈ, ਪਰ ਉਹਨੇ ਸਾਡੇ ਵਰਗਾ ਰੂਪ ਬਣਾਇਆ। 2 ਹੱਥਾਂ ਵਾਲਾ, 2 ਪੈਰਾਂ ਵਾਲਾ, 2 ਅੱਖਾਂ ਵਾਲਾ, ਮਨੁੱਖੀ ਜਾਮਾ ਧਾਰਨ ਕਰਕੇ ਉਹ ਆਇਆ। ਮਾਤਾ ਦੇ ਗਰਭ ਵਿੱਚੋਂ, ਪਿਤਾ ਦੇ ਕੁੱਲ ਵਿੱਚੋਂ ਉਹਨੇ ਜਨਮ ਲਿਆ। ਉਹ ਗੁਰੂ ਹੈ ਉਹ ਪਰਮਾਤਮਾ ਹੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਤੇ ਪਰਮਾਤਮਾ 'ਚ ਕੋਈ ਫਰਕ ਨਹੀਂ, ਪਰ ਉਹ ਕਿਉਂਕਿ ਸਾਨੂੰ ਚਿੱਕੜ 'ਚੋਂ ਕੱਢਣਾ ਸੀ, ਸਾਡੇ ਵਰਗਾ ਬਣ ਕੇ ਆਇਆ। ਸਾਧ ਰੂਪ ਆਪਣਾ ਤਨ ਧਾਰਿਆ, ਸਾਡੇ ਵਰਗਾ ਬਣ ਕੇ ਆਇਆ, ਸਾਡੇ ਵਿੱਚ ਆਇਆ। ਹੈ ਉਹ ਪਰਮੇਸ਼ਰ, ਹੈ ਉਹ ਅਕਾਲ ਪੁਰਖ, ਪਰ ਬਣ ਕੇ ਸਾਡੇ ਵਰਗਾ ਹੁੰਦਾ। 10 ਜਾਮੇ ਧਾਰਨ ਕਰਦਾ, ਸਾਡੀ ਬਾਂਹ ਫੜਦਾ, ਸਾਨੂੰ ਇਸ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਪਹੁੰਚਾਉਂਦਾ। ਉਹ ਗੁਰੂ ਹੈ। ਕਹਿੰਦੇ ਇਹ ਦੋਵੇਂ ਹੀ ਬਹੁਤ ਵੱਡੇ ਨੇ, ਬਹੁਤ ਵੱਡੇ ਨੇ। ਵੈਸੇ ਹੈ ਤਾਂ ਇੱਕੋ ਹੈ, ਪਰ ਕਹਿਣ ਨੂੰ 2 ਹੈ। ਇੱਕ ਪਰਮੇਸ਼ਰ ਹੈ, ਇੱਕ ਗੁਰੂ ਹੈ। ਆਖੋ ਸ੍ਰੀ ਵਾਹਿਗੁਰੂ। ਸਮਝਾਉਣ ਵਾਸਤੇ, ਬੋਲਣ ਵਾਸਤੇ ਦਵੈਤ ਦਾ ਵਿਹਾਰ ਹੁੰਦਾ। ਜਦੋਂ ਅਸੀਂ ਗੱਲ ਕਰਨੀ ਹੈ, ਇੱਕ ਨੇ ਬੋਲਣਾ, ਇੱਕ ਨੇ ਸੁਣਨਾ, ਤਾਂ ਹੀ ਗੱਲ ਸਮਝ ਆਣੀ ਹੈ। ਜਦੋਂ ਸਮਝ ਆ ਜਾਣੀ, ਉਦੋਂ ਬੋਲਣਾ ਬੰਦ ਹੋ ਜਾਣਾ। ਆਖੋ ਸ੍ਰੀ ਵਾਹਿਗੁਰੂ। ਉਹ ਬੜੀ ਉੱਚੀ ਖੇਡ ਹੈ। ਇੱਕ ਪਰਮਾਤਮਾ, ਇੱਕ ਗੁਰੂ ਸੰਸਾਰ ਦੀ ਡਿਕਸ਼ਨਰੀ ਸਭ ਤੋਂ ਵੱਡੇ ਨੇ। ਕਹਿੰਦੇ ਇਹਨਾਂ ਦੋਵਾਂ ਤੋਂ ਵੱਡਾ ਵੀ ਕੋਈ ਹੈ? ਕਹਿੰਦੇ ਪਰਮਾਤਮਾ ਤੋਂ ਤੇ ਗੁਰੂ ਤੋਂ ਵੱਡਾ ਕੌਣ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ ਆ, ਕਹਿੰਦੇ ਹਾਂ ਹੈ। ਕਹਿੰਦੇ ਹਰ ਹੀ ਹੋਏ ਤੋ ਕਹਾਂ ਅਸਚਰਜ ਹੈ, ਖਾਲਸ ਪਦ ਕੋ ਪ੍ਰਾਪਤ ਵਾਰੋ, ਸਿੱਖਿਆ ਪਦ ਦੂਹਨ ਤੇ ਗੌਰੋ, ਆਤਮ ਕੀ ਪ੍ਰਾਪਤੀ ਵਿਚਾਰੋ। ਇਸ ਕਲਗੀਧਰ ਪਾਤਸ਼ਾਹ ਕਹਿੰਦੇ ਉਸ ਨੂੰ ਪਰਮਾਤਮਾ ਕਹਿ ਦਿਓ ਤਾਂ ਕੋਈ ਹੈਰਾਨੀਜਨਕ ਗੱਲ ਨਹੀਂ, ਜਿਸ ਨੂੰ ਖਾਲਸਾ ਕਿਹਾ ਗਿਆ। ਜਿਸ ਨੂੰ ਖਾਲਸਾ ਕਿਹਾ ਉਹਨੂੰ ਹਰੀ ਕਹਿ ਦਿਓ। ਹਰ ਹੀ ਹੋਏ, ਉਹ ਪਰਮਾਤਮਾ ਹੀ ਹੈ, ਤਾਂ ਕਹਾਂ ਅਸਚਰਜ ਹੈ, ਕੋਈ ਹੈਰਾਨੀ ਵਾਲੀ ਗੱਲ ਨਹੀਂ। ਕਹਿੰਦੇ ਖਾਲਸ ਪਦ ਕੋ ਪ੍ਰਾਪਤ ਵਾਰੋ, ਜਿਹਨੂੰ ਖਾਲਸਾ ਪਦ ਵੀ ਪ੍ਰਾਪਤ ਹੈ। ਫਿਰ ਅਗਲੀ ਪੰਕਤੀ ਕਹਿੰਦੇ ਸਿੱਖਿਆ ਪਦ ਦੋਹਨ ਤੇ ਗੌਰਵ। ਗੌਰਵ ਭਾਰਾ, ਵਜਨਦਾਰ, ਵੱਡਾ, ਸ਼੍ਰੋਮਣੀ। ਕਹਿੰਦੇ ਜਿਹੜਾ ਸਿੱਖ ਪਦ ਹੈ ਨਾ, ਸਿੱਖ, ਇਹ ਗੁਰੂ ਨਾਲੋਂ ਵੀ, ਹਰੀ ਨਾਲੋਂ ਵੀ ਭਾਰਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਡਾਰੀ ਹੈ। ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ। ਜਦੋਂ ਕਾਵਿ ਦੀ ਉਡਾਰੀ ਉੱਡਦਾ, ਉਹ ਬਹੁਤ ਡੂੰਘਾ ਜਾਂਦਾ। ਜਿੱਥੇ ਸੂਰਜ ਦੀਆਂ ਕਿਰਨਾਂ ਨਹੀਂ ਜਾਂਦੀਆਂ, ਉੱਥੇ ਉਹ ਜਾਂਦਾ। ਉਹਦੀ ਉਡਾਰੀ ਹੈ। ਕਲਗੀਧਰ ਪਾਤਸ਼ਾਹ ਦਾ ਅਨੁਭਵ ਹੈ। ਉਹ ਕਹਿੰਦੇ ਮੇਰਾ ਅਨੁਭਵ ਕਹਿੰਦਾ, ਮੇਰੇ ਵਿਚਾਰ ਨੇ ਕਿ ਹਰੀ ਨਾਲੋਂ ਤੇ ਗੁਰੂ ਨਾਲੋਂ ਸਿੱਖ ਵੱਡਾ ਹੈ। ਉਹ ਕਹਿੰਦੇ ਕਿਵੇਂ ਵੱਡਾ? ਕਿਉਂਕਿ ਬਿਨਾਂ ਦਲੀਲ ਦੇ ਨਹੀਂ ਗੱਲ ਕੀਤੀ, ਸਾਰੀ ਗੱਲ ਦਲੀਲ ਨਾਲ ਬਾਣੀ 'ਚ ਕੀਤੀ ਹੈ। ਉਹ ਕਹਿੰਦੇ ਜਿਹੜਾ ਹਰੀ ਹੈ ਉਹ ਤਾਂ ਖਾਨਦਾਨੀ ਅਮੀਰ ਹੈ। ਖਾਨਦਾਨੀ ਅਮੀਰ ਹੁੰਦਾ, ਦਾਦਾ ਵੀ ਰਾਜਾ ਸੀ, ਪੜਦਾਦਾ ਵੀ ਰਾਜਾ ਸੀ, ਪੋਤਾ ਪੜੋਤਾ ਵੀ ਉੱਥੇ ਬੈਠਾ। ਖਾਨਦਾਨੀ ਅਮੀਰ ਹੈ, ਕੁਛ ਕੀਤਾ ਤਾਂ ਕੋਈ ਨਹੀਂ, ਦਾਦੇ ਪੜਦਾਦੇ ਦੀ ਕਮਾਈ ਹੈ, ਖਾਨਦਾਨੀ ਚੱਲੀ ਆਉਂਦੀ। ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ। ਉਹ ਸਦਾ ਹੀ ਸੱਚ ਹੈ। ਉਹ ਤਾਂ ਪਾਵਰਫੁਲ ਹੈ। ਉਹ ਕਿਸੇ ਦਾ ਬਣਾਇਆ ਹੋਇਆ ਤਾਂ ਪਾਵਰਫੁਲ ਨਹੀਂ ਨਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੇ ਕਹਿੰਦੇ ਜਿਹੜਾ ਗੁਰੂ ਹੈ ਉਹ ਆਪ ਹੀ ਗੁਰੂ ਬਣਿਆ, ਉਹਦੇ 'ਚ ਵੀ ਕੋਈ ਫਰਕ ਨਹੀਂ। ਉਹ ਵੀ ਖਾਨਦਾਨੀ ਅਮੀਰ ਹੈ, ਪਰ ਵਿਚਾਰਾ ਸਿੱਖ ਇੱਕ ਫਰਸ਼ ਦੇ ਉੱਤੇ, ਇਸ ਧਰਤੀ ਉੱਤੇ ਪੈਦਾ ਹੋ ਕੇ ਅਰਸ਼ ਦੀ ਉਡਾਰੀ ਮਾਰ ਗਿਆ। ਆਖੋ ਸਤਿਨਾਮ ਸ੍ਰੀ। ਇਸ ਦੁਨੀਆ ਤੇ ਪੈਦਾ ਹੋਇਆ, ਮਾਂ ਦੇ ਪੇਟ ਤੋਂ ਪੈਦਾ ਹੋਇਆ, ਕਰਮ ਦਾ ਬੰਧਨ ਬੱਧਿਆ ਹੋਇਆ ਆਇਆ।
ਕਰਮਾਂ ਦੇ ਬੰਧਨ 'ਚ ਫਸਿਆ ਹੋਇਆ ਆਇਆ, ਆਪਣੇ ਕਰਮਾਂ ਦਾ ਭੋਗ ਭੋਗਣ ਲਈ ਆਇਆ, ਪਰ ਉਹ ਗੁਰੂ ਦੇ ਲੜ ਲੱਗ ਕੇ ਐਸੀ ਉਹਨੇ ਕਮਾਈ ਕੀਤੀ, ਐਸੀ ਉਹਨੇ ਸਾਧਨਾ ਕੀਤੀ, ਐਸੀ ਉਹਨੇ ਉਡਾਰੀ ਭਰੀ, ਇਤਨੀ ਉਡਾਰੀ ਉੱਚੀ ਭਰੀ ਕਿ ਉਹ ਹਰੀ ਬਣ ਗਿਆ, ਉਹ ਗੁਰੂ ਬਣ ਗਿਆ। ਉਹ ਲਹਿਣੇ ਤੋਂ ਗੁਰੂ ਅੰਗਦ ਬਣ ਗਿਆ ਤੇ ਗੁਰੂ ਅੰਗਦ ਗੁਰੂ ਨਾਨਕ ਬਣ ਗਿਆ। ਆਖੋ ਸ੍ਰੀ ਵਾਹਿਗੁਰੂ। ਉਹ ਭਾਈ ਦਇਆ ਸਿੰਘ, ਉਹ ਭਾਈ ਧਰਮ ਸਿੰਘ, ਉਹ ਭਾਈ ਹਿੰਮਤ ਸਿੰਘ, ਉਹ ਭਾਈ ਮੋਹਕਮ ਸਿੰਘ, ਉਹ ਭਾਈ ਸਾਹਿਬ ਸਿੰਘ, ਤੇ ਗੁਰੂ ਗੋਬਿੰਦ ਸਿੰਘ ਨੇ ਕਹਿਤਾ ਮੇਰਾ ਰੂਪ ਹੈ ਖਾਲਸਾ, ਮੇਰੋ ਰੂਪ ਹੈ ਖਾਸ। ਕਹਿੰਦੇ ਉਹ ਜਿਹੜੀ ਅਵਸਥਾ ਹੈ ਘਾਲਣਾ ਤੇ ਉਹਨੇ ਘਾਲੀ ਹੈ ਨਾ, ਸ਼ਾਬਾਸ਼ ਤਾਂ ਉਹਨੂੰ ਦੇਣੀ। ਇੱਕ ਖਾਨਦਾਨੀ ਅਮੀਰ ਬੈਠਾ, ਉਹਦੇ ਬਾਰੇ ਗੱਲ ਚੱਲਦੀ, ਆਪਾਂ ਸਾਰੇ ਕਹਾਂਗੇ ਇਹ ਤੇ ਨਾ ਖਾਨਦਾਨੀ ਹੈ। ਤਾਂ ਇੱਕ ਬੰਦਾ ਵਿਚਾਰਾ ਰਿਕਸ਼ਾ ਵਾਹੁੰਦਾ ਹੋਇਆ, ਦਿਹਾੜੀ ਕਰਦਾ ਹੋਇਆ, ਖੇਤੀਬਾੜੀ ਮਜ਼ਦੂਰੀ ਕਰਦਾ ਹੋਇਆ, ਮਿਹਨਤ ਕਰ 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 ਕਰਕੇ ਵੱਡਾ ਸੇਠ ਬਣ ਜਾਵੇ, ਤੇ ਉਹਨੂੰ ਆਪਾਂ ਬੜੀ ਮਿਹਨਤ ਕੀਤੀ ਹੈ ਬਈ, ਵਾਹ ਬਈ ਸ਼ਾਬਾਸ਼, ਕਮਾਲ ਕਰਤੀ ਹੈ ਤੂੰ ਤਾਂ। ਸਾਧ ਸੰਗਤ ਜੀ, ਜਿਹੜਾ ਖਾਲਸ ਪਦਵੀ ਪ੍ਰਾਪਤ ਕੀਤੀ, ਉਹ ਕਲਗੀਆਂ ਵਾਲੇ ਦਾ ਖਾਲਸਾ ਧੰਨ ਬਾਬਾ ਫਤਿਹ ਸਿੰਘ ਜੀ ਤੋਂ ਬਚਨ ਚੱਲਿਆ ਸੀ ਕਿ ਉਹ ਕਿੱਡੀ ਵੱਡੀ ਖੇਡ ਸੀ। ਉਹ 7 ਸਾਲ ਦੇ ਬੱਚੇ ਨੂੰ ਇੱਕ ਟੋਫੀ ਦਈਏ ਤੇ ਉਹ ਜੋ ਮਰਜ਼ੀ ਉਹਦੇ ਕੋਲ ਮਨਾ ਲਈਏ, ਇੱਕ ਚਪੇੜ ਦਿਖਾਈਏ ਤੇ ਜੋ ਮਰਜ਼ੀ ਮਨਾ ਲਈਏ। ਦੁਨੀਆ ਦੇ ਲਾਲਚ ਵੀ ਦਿੱਤੇ ਗਏ, ਦੁਨੀਆ ਦੇ ਡਰਾਵੇ ਦਿੱਤੇ ਗਏ, ਦੋਵਾਂ ਤੋਂ ਕੋਈ ਫਰਕ ਨਹੀਂ ਪਿਆ। ਤੇ ਉਸ ਮੌਤ ਨੂੰ ਕਬੂਲ ਕਰਨਾ, ਆਤਮ ਪਦਵੀ ਦੇ ਵਿੱਚ ਗਏ ਤੋਂ ਬਿਨਾਂ ਮੌਤ ਨੂੰ ਨਹੀਂ ਕਬੂਲਿਆ ਜਾ ਸਕਦਾ। ਆਤਮ ਗਿਆਨੀ ਹੀ ਇੱਕ ਹੈ ਦੁਨੀਆ ਤੇ, ਜਿਸ ਨੂੰ ਸਾਖਸ਼ਾਤ ਹੋ ਚੁੱਕਾ ਹੁੰਦਾ ਹੈ ਕਿ ਮੈਂ ਮਰਨ ਵਾਲਾ ਨਹੀਂ ਹਾਂ। ਆਹਾ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਏ ਮਿਲਿਓ ਹੈ ਜੀਆਵਣ ਹਾਰਾ। ਉਹ ਬਾਬਾ ਫਤਿਹ ਸਿੰਘ ਸਾਹਿਬ ਜੀ, ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਉਸ ਪਦਵੀ ਨੂੰ ਪਹੁੰਚੇ ਹੋਏ। 4 ਪੁੱਤਰ ਕਲਗੀਧਰ ਪਾਤਸ਼ਾਹ ਦੇ, ਤੇ 5ਵਾਂ ਪੁੱਤਰ ਮਹਾਰਾਜ ਨੇ ਜਿਹੜਾ ਪੈਦਾ ਕੀਤਾ, ਉਹ ਵੀ ਉਸੇ ਪਦਵੀ ਦਾ ਮਾਲਕ ਸੀ ਕਿ ਬੰਦ ਕੱਟੇ ਗਏ। ਭਾਈ ਮਨੀ ਸਿੰਘ ਹੋਰਾਂ ਦੇ ਖੋਪਰ ਲਏ, ਭਾਈ ਤਾਰੂ ਸਿੰਘ ਦੇ ਆਰੇ ਨਾਲ ਚੀਰੇ ਗਏ, ਖੋਪਰੀਆਂ ਲਾਈਆਂ ਗਈਆਂ, ਦੇਗਾਂ 'ਚ ਉਬਾਲੇ ਗਏ, ਕਈ ਚਰਖ ਕਈ ਫਾਂਸੀ ਮਾਰੇ। ਭਾਈ ਰਤਨ ਸਿੰਘ ਜੀ ਨੇ, ਰਤਨ ਸਿੰਘ ਭੰਗੂ ਜੀ ਨੇ ਪੰਥ ਪ੍ਰਕਾਸ਼ ਵਿੱਚ 18 ਤਰੀਕੇ ਲਿਖੇ ਨੇ ਸਿੱਖਾਂ ਨੂੰ ਜ਼ਕਰੀਆ ਖਾਂ ਮਾਰਦਾ ਸੀ। ਕਈ ਚਰਖ ਕਈ ਫਾਂਸੀ ਮਾਰੇ, ਕਈ ਤੋਪਨ ਕਈ ਛੁਰੀ ਕਟਾਰੇ, ਕਈਆਂ ਕੇ ਸਿਰ ਮੁੰਗਲੀ ਕੂਟੇ, ਕਈ ਡੋਬੇ ਕਈ ਘਸੀਟੇ, ਕਈ ਪਾਣੀ 'ਚ ਡੋਬ ਡੋਬ ਕੇ ਮਾਰਤੇ, ਕਈਆਂ ਦੇ ਸਿਰ ਉਖਲੀਆਂ 'ਚ ਰੱਖ ਕੇ ਇੱਦਾਂ ਮੋਹਲਿਆਂ ਨਾਲ ਛੱਡ ਦਿੱਤੇ ਚਾਵਲਾਂ ਦੀ ਤਰ੍ਹਾਂ। 7 ਸਿੰਘ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਹੈ ਨਾ, ਭੱਟਾਂ ਦੇ ਸਵਈਏ, ਇਹਨਾਂ ਭੱਟਾਂ ਦੇ ਪਰਿਵਾਰ ਵਿੱਚੋਂ 7 ਸਿੰਘ ਜ਼ਕਰੀਆ ਖਾਨ ਨੇ ਟੋਆ ਪੱਟ ਕੇ ਲੰਮੇ ਪਾ ਕੇ ਉੱਤੇ ਮਿੱਟੀ ਪਾਤੀ, ਟੋਆ ਪੱਟ ਕੇ ਜਿਉਂਦੇ ਥੱਲੇ ਪਾ ਕੇ ਲੰਮੇ ਉੱਤੇ ਮਿੱਟੀ ਪਵਾਤੀ। ਥੱਲੇ ਕਿਸ ਤਰ੍ਹਾਂ ਸਵਾਸ ਨਿਕਲੇ ਹੋਣਗੇ, ਕਿਵੇਂ ਸਰੀਰ ਛੁੱਟਿਆ ਹੋਵੇਗਾ, ਪਰ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ। ਆਤਮ ਗਿਆਨ ਤੋਂ ਬਿਨਾਂ ਸਰੀਰ ਨਹੀਂ ਛੱਡਿਆ ਜਾਂਦਾ। ਇਹ 5 ਜਿੱਥੇ ਗੁਰੂ ਕਲਗੀਧਰ ਦੇ 4 ਪੁੱਤਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਆਤਮ ਗਿਆਨੀ ਬ੍ਰਹਮ ਗਿਆਨੀ ਪੂਰਨ ਪੁਰਸ਼ ਸਨ। ਉੱਥੇ ਉਹਨਾਂ ਦਾ 5ਵਾਂ ਪੁੱਤਰ ਖਾਲਸਾ ਵੀ ਆਤਮ ਗਿਆਨੀ ਸੀ। ਉਹ ਇਸ ਸਰੀਰ ਤੋਂ ਪਰੇ ਸੀ। ਮਹਾਰਾਜ ਕਹਿਣ ਲੱਗੇ ਸਾਹਿਬ ਦੇਵਾਂ ਜੀ, ਇਹ ਤੁਹਾਡੀ ਗੋਦੀ ਪਾ ਦਿੱਤਾ, ਪੰਥ ਖਾਲਸਾ ਪਾਇਓ ਗੋਦ, ਤੁਹਾਡੀ ਗੋਦ ਪਾਤਾ, ਤੁਸੀਂ ਇਹਨਾਂ ਦੇ ਮਾਤਾ ਹੋ, ਤੇ ਰਹਿੰਦੀ ਦੁਨੀਆ ਤੱਕ ਖਾਲਸਾ ਤੁਹਾਨੂੰ ਮਾਤਾ ਕਰਕੇ ਜਾਣੇਗਾ, ਤੁਹਾਡੀ ਗੋਦ ਵਿੱਚ ਖੇਡੇਗਾ। ਅੱਜ ਵੀ ਖਾਲਸਾ ਮਾਤਾ ਦੀ ਗੋਦ ਵਿੱਚ ਹੀ ਖੇਡਦਾ। ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ 6-7 ਪੋਹ ਦੀ ਰਾਤ ਨੂੰ ਕਿਲ੍ਹਾ ਛੱਡਿਆ, ਪਰਿਵਾਰ ਵਿਛੋੜਾ ਹੋਇਆ, ਮਾਤਾ ਜੀ ਦਿੱਲੀ ਦੇ ਸਿੱਖਾਂ ਨਾਲ ਇੱਥੇ ਆਏ, ਕੁਝ ਸਮਾਂ ਇੱਥੇ ਗੁਜ਼ਾਰਿਆ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ,
ਪਤਾ ਲੱਗਾ ਸਤਿਗੁਰੂ ਜੀ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਬਿਰਾਜੇ ਹਨ। ਇੱਥੋਂ ਚੱਲ ਕੇ ਦਮਦਮੇ ਸਾਹਿਬ ਜਾ ਦਰਸ਼ਨ ਕੀਤੇ। ਮਾਤਾ ਜੀ ਨੇ ਜਦੋਂ ਜਾ ਕੇ ਤੱਕਿਆ, ਨਾ ਮਾਤਾ ਗੁਜਰੀ ਜੀ ਦੇ ਦਰਸ਼ਨ ਹੋਏ, ਨਾ ਸਾਹਿਬਜ਼ਾਦਿਆਂ ਦੇ ਦਰਸ਼ਨ ਹੋਏ, ਨਾ ਉਹ ਨਿਕਟਵਰਤੀ ਖਾਲਸਾ ਜਿਹੜਾ ਆਨੰਦਪੁਰ ਸਾਹਿਬ ਦਰਸ਼ਨ ਦਿੰਦਾ ਸੀ, ਭਾਈ ਆਲਮ ਸਿੰਘ ਜੈਸੇ, ਭਾਈ ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਵਰਗੇ, ਬੇਅੰਤ ਸੂਰਬੀਰ ਯੋਧੇ, ਬਾਬਾ ਬਚਿੱਤਰ ਸਿੰਘ ਜੀ ਵਰਗੇ ਨਜ਼ਰ ਨਹੀਂ ਆਏ। ਤਾਂ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾ ਖੜੀਆਂ ਪਤੀ ਨੂੰ ਸੀਸ ਨਿਵਾਰੀਆਂ, ਪੁੱਛਣ ਜੋੜ ਕੇ ਹੱਥ ਹੈ ਸਾਹਿਬ ਸੱਚੇ, ਜਿੰਦਾਂ ਪਿਆਰੀਆਂ ਨਜ਼ਰ ਨਹੀਂ ਆ ਰਹੀਆਂ। ਇਹ ਸੱਚੇ ਪਾਤਸ਼ਾਹ ਉਹ ਅਨੰਦਪੁਰ ਸਾਹਿਬ ਦੇ ਜਿਹੜੇ ਨਜ਼ਾਰੇ ਸਨ ਇੱਥੇ ਦਿਸਦੇ ਨਹੀਂ। ਮਾਤਾ ਜੀ ਨਹੀਂ ਦਿਸਦੇ, ਪਿਆਰੇ ਸਾਹਿਬਜ਼ਾਦੇ ਨਹੀਂ ਦਿਸਦੇ, ਪਿਆਰੇ ਸਿੰਘ ਨਹੀਂ ਦਿਸਦੇ, ਉਹ ਅਨੰਦਪੁਰ ਸਾਹਿਬ ਦਾ ਆਨੰਦ ਨਹੀਂ ਦਿਸਦਾ। ਕਲਗੀਧਰ ਪਾਤਸ਼ਾਹ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਦੇ ਬਚਨ ਸੁਣ ਕੇ ਸਿੰਘਾਂ ਵੱਲ ਕਰ ਹੱਥ ਦਸ਼ਮੇਸ਼ ਬੋਲੇ, ਧਰੋ ਧੀਰ ਕਿਉਂ ਹੌਸਲੇ ਢਾ ਲਏ ਨੇ, ਉਹਨਾਂ ਚਵਾਂ ਦੇ ਬਦਲੇ ਅੱਜ ਦੇਖੋ ਏ ਮੈਂ ਲੱਖਾਂ ਹੀ ਪੁੱਤਰ ਬਣਾ ਲਏ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਧੰਨ ਮਾਤਾ ਸਾਹਿਬ ਦੇਵਾਂ ਜੀ, ਮਾਤਾ ਸੁੰਦਰੀ ਜੀ ਉਸ ਭਾਣੇ ਨੂੰ ਮੰਨ ਗਏ। ਉਸ ਰਜਾ ਵਿੱਚ ਰਾਜੀ ਰਹਿ ਕੇ ਹਜ਼ੂਰ ਕਲਗੀਧਰ ਪਾਤਸ਼ਾਹ ਦੇ ਹੁਕਮ ਵਿੱਚ ਸੇਵਾ ਵਿੱਚ ਰਹਿ ਕੇ ਸਮਾਂ ਗੁਜ਼ਾਰਿਆ। ਮਾਤਾ ਸਾਹਿਬ ਦੇਵਾਂ ਜੀ ਨੂੰ ਕਈ ਵਾਰੀ ਦਿੱਕਤਾਂ ਦੇ ਸਾਹਮਣੇ ਵੀ ਕਰਨੇ ਪਏ। ਜਦੋਂ ਭਾਈਕਿਆਂ ਦੇ ਪਰਿਵਾਰ ਨੇ ਪ੍ਰਸ਼ਾਦਾ ਨਹੀਂ ਸੀ ਸਕਿਆ, ਗੁਰਪ੍ਰਤਾਪ ਸੂਰਜ ਵਿੱਚ ਬਚਨ ਆਉਂਦਾ, ਪ੍ਰਸ਼ਾਦਾ ਕਲਗੀਧਰ ਪਾਤਸ਼ਾਹ ਦੇ ਥਾਲ ਵਿੱਚੋਂ ਲੈ ਕੇ ਭਾਈਕਿਆਂ ਨੇ ਛਕ ਲਿਆ। ਮਾਤਾ ਸੁੰਦਰੀ ਜੀ ਦਾ ਥਾਲ, ਮਾਤਾ ਸਾਹਿਬ ਦੇਵਾਂ ਜੀ ਦਾ ਥਾਲ, ਉਹ ਵੀ ਸੀਤ ਪ੍ਰਸ਼ਾਦ ਛਕਦੀਆਂ ਸੀ ਮਾਈਆਂ ਭਾਈਕਿਆਂ ਦੀਆਂ। ਇਹ ਬਠਿੰਡੇ ਇਲਾਕੇ ਵਿੱਚ ਵਾਕਿਆ ਹੋਇਆ। ਮਾਤਾ ਸਾਹਿਬ ਦੇਵਾਂ ਜੀ ਦਾ ਪ੍ਰਸ਼ਾਦਾ ਪਰੇ ਕਰ ਦਿੱਤਾ, ਮਾਤਾ ਸੁੰਦਰੀ ਜੀ ਦਾ ਛਕ ਲਿਆ। ਜਦੋਂ ਵਿਚਾਰ ਚੱਲੀ ਤੇ ਇਤਰਾਜ਼ ਕੀਤਾ ਉਹਨਾਂ ਨੇ ਕਿ ਮਾਤਾ ਸਾਹਿਬ ਦੇਵਾਂ ਜੀ ਦਾ ਗੋਤ ਕੁਨਾਲਾ ਨਹੀਂ ਹੋਇਆ। ਇਤਿਹਾਸ 'ਚ ਆਉਂਦਾ ਗੁਰਪ੍ਰਤਾਪ ਸੂਰਜ ਵਿੱਚ ਮਾਤਾ ਜੀ ਦਾ ਗੋਤ ਕਨਾਲਾ ਦਾ ਨਹੀਂ ਹੋਇਆ। ਗੋਤ ਕਨਾਲਾ ਕਹਿੰਦੇ ਨੇ ਵੀ ਪਰਿਵਾਰ ਜਿਹੜੀ ਪਤੀ ਪਤਨੀ ਦੀ ਸਾਂਝ ਹੁੰਦੀ ਹੈ, ਜਿਹੜਾ ਗ੍ਰਸਤ ਦਾ ਵਿਹਾਰ ਹੁੰਦਾ, ਮਾਤਾ ਜੀ ਕੁਆਰੇ ਡੋਲਾ ਹੈ ਗੁਰੂ ਘਰ ਦੇ ਵਿੱਚ। ਸਤਿਗੁਰਾਂ ਨੂੰ ਪਤਾ ਲੱਗਾ, ਕਹਿਣ ਲੱਗੇ ਇਹਨਾਂ ਦਾ ਸਾਡਾ ਸੁਰਤ ਦਾ ਗੋਤ ਕੁਨਾਲਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਨਾਂ ਦਾ ਸੁਰਤ ਦਾ ਹੈ ਔਰ ਅਨਾਦਿ ਕਾਲ ਤੋਂ ਅਨੰਤ ਕਾਲ ਤੱਕ ਹੈ। ਇਹਨੂੰ ਤੁਸੀਂ ਸਮੇਂ ਦੇ ਵੰਡ ਵਿੱਚ ਨਹੀਂ ਵੇਖ ਸਕਦੇ, ਸੰਸਾਰੀ ਬਿਰਤੀ ਵਾਲੇ ਨਹੀਂ ਸਮਝ ਸਕਦੇ। ਫਿਰ ਉਹਨਾਂ ਨੇ ਮਾਫੀ ਮੰਗੀ, ਮਾਤਾ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ। ਇਤਿਹਾਸ ਬਹੁਤ ਲੰਮਾ ਚੌੜਾ। ਉੱਥੋਂ ਚੱਲ ਕੇ ਹਜ਼ੂਰ ਨੇ ਜਦੋਂ ਹਜ਼ੂਰ ਸਾਹਿਬ ਵੱਲ ਜਾਣਾ ਸੀ, ਮਾਤਾਵਾਂ ਨਾਲ ਪੁਸ਼ਕਰ ਤੱਕ ਗਏ। ਉੱਥੇ ਪਤਾ ਲੱਗਾ ਵੀ ਔਰੰਗਜ਼ੇਬ ਮਰ ਗਿਆ ਹੈ, ਚੜ੍ਹਾਈ ਕਰ ਗਿਆ ਹੈ। ਉੱਥੋਂ ਵਾਪਸ ਪਰਤੇ। ਕਾਫੀ ਲੰਮਾ ਰਾਜਸਥਾਨ ਦਾ ਇਲਾਕਾ ਤਾਰ ਕੇ ਆਗਰੇ ਤੋਂ ਬਾਦਸ਼ਾਹ ਬਹਾਦਰ ਸ਼ਾਹ ਨੂੰ ਬਾਦਸ਼ਾਹੀ ਦਵਾ ਕੇ ਫਿਰ ਦਿੱਲੀ ਆਏ ਸਨ। ਮਹਾਰਾਜ ਇੱਧਰੋਂ ਸਾਰਾ ਰਾਜਸਥਾਨ ਘੁੰਮ ਕੇ ਕਰੀ ਫਿਰ ਇੱਧਰ ਆਏ, ਫਿਰ ਹਜ਼ੂਰ ਸਾਹਿਬ ਨੂੰ ਗਏ। ਕਈ ਸਮਝਦੇ ਆ ਵੀ ਇੱਕੋ ਵਾਰੀ ਚਲੇ ਗਏ, ਨਹੀਂ, ਪਹਿਲਾਂ ਇਹਨੂੰ ਗਏ ਆ ਮਹਾਰਾਜ। ਇੱਥੋਂ ਝੰਡੇ ਸਾਹਿਬ ਗਏ ਆ, ਦਮਦਮੇ ਸਾਹਿਬ ਤੋਂ, ਝੰਡੇ ਸਾਹਿਬ ਤੋਂ ਫਿਰ ਨੌਰ ਗਏ ਆ। ਨੌਰ ਗੁਰੂ ਕੀ ਮੋਹਰ ਸਿੰਘ ਆਵੇਂਗੇ ਤਬ ਲੁੱਟेंगे, ਉੱਥੇ ਬਚਨ ਕੀਤਾ। ਨੌਰ ਸ਼ਹਿਰ ਰਾਜਸਥਾਨ ਦੇ ਵਿੱਚ ਸ਼ੁਰੂ 'ਚ ਹੀ ਆਉਂਦਾ। ਉੱਥੇ ਸੁਨਿਆਰਿਆਂ ਦਾ ਬਹੁਤ ਵੱਡਾ ਬਾਜ਼ਾਰ, ਜੈਨ ਧਰਮ ਨੂੰ ਮੰਨਦੇ।
ਕਲਗੀਧਰ ਪਾਤਸ਼ਾਹ ਸਿੰਘਾਂ ਸਮੇਤ ਮਹੱਲਾ ਚੜ੍ਹਿਆ ਘੋੜੇ ਤੇ। ਇੱਕ ਸਿੰਘ ਦੇ ਪੈਰ ਥੱਲੇ ਜਾਂ ਘੋੜੇ ਦੇ ਪੈਰ ਥੱਲੇ ਕਬੂਤਰ ਆ ਕੇ ਮਰ ਗਿਆ। ਸਾਰੇ ਜੈਨੀ ਰੌਲਾ ਪਾਉਣ ਲੱਗ ਪਏ, ਤੁਸੀਂ ਜੀਵ ਹੱਤਿਆ ਕਰਤੀ, ਕਬੂਤਰ ਮਾਰਤਾ। ਸਤਿਗੁਰੂ ਕਹਿੰਦੇ ਭਾਈ ਪਰਮੇਸ਼ਰ ਦਾ ਹੁਕਮ ਆਇਆ, ਮਰ ਗਿਆ, ਅਸੀਂ ਕੋਈ ਜਾਣ ਕੇ ਮਾਰਿਆ? ਕਹਿੰਦੇ ਫਿਰ ਸਾਰੇ ਮਾਰ। ਉਹ ਪਰਮੇਸ਼ਰ ਨੂੰ ਮੰਨਦੇ ਨਹੀਂ ਨਾ। ਹਮਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਮਾਝ ਦੀ ਵਾਰ ਵਿੱਚ ਸਤਿਗੁਰਾਂ ਨੇ ਲਿਖਿਆ ਵੀ ਦਈ ਵਿਗੁੱਤੇ ਪਰਮੇਸ਼ਰ ਵੱਲੋਂ ਫਟਕਾਰੇ ਹੋਏ। ਵਿਗੁੱਤੇ ਵੀ ਮੰਨਦੇ ਹੀ ਨਹੀਂ, ਹੈ ਹੀ ਨਹੀਂ, ਅਕਾਲ ਪੁਰਖ ਪਰਮੇਸ਼ਰ ਹੈ ਹੀ ਨਹੀਂ ਕਹਿੰਦੇ। ਉਹ ਪਰਮੇਸ਼ਰ ਦਾ ਨਾਂ ਸੁਣ ਕੇ ਹੋਰ ਚਿੜ ਗਏ, ਕਹਿੰਦੇ ਫਿਰ ਪਰਮੇਸ਼ਰ ਨੇ ਮਾਰਿਆ ਤੇ ਸਾਰੇ ਮਾਰ ਦਿਓ। ਮਹਾਰਾਜ ਕਹਿੰਦੇ ਮਰ ਜਾਓ ਭਾਈ। ਸਾਰੇ ਕਬੂਤਰ ਧੌਣਾ ਸੱਟ ਗਏ, ਉੱਥੇ ਮਰ ਗਏ ਸਾਰੇ। ਫਿਰ ਉਹਨਾਂ ਨੂੰ ਸਮਝ ਆਈ ਵੀ ਇਹ ਤਾਂ ਕੋਈ ਸਿੱਧ ਪੁਰਸ਼ ਨੇ, ਅਸੀਂ ਤਾਂ ਇਹਨਾਂ ਨੂੰ ਰਾਜੇ ਸਮਝਦੇ ਹਾਂ ਵੀ ਕਲਗੀਆਂ ਤੋੜੇ ਲਾਏ ਰਾਜੇ ਨੇ, ਪਰ ਇਹ ਤਾਂ ਬ੍ਰਹਮ ਗਿਆਨੀ ਕੋਈ ਮਹਾਂਪੁਰਸ਼ ਨੇ। ਚਰਨ ਫੜ ਲਏ, ਮਾਰੇ ਮਾਫ ਕਰ ਦਿਓ, ਇਹਨਾਂ ਨੂੰ ਜਵਾ ਦਿਓ। ਮਾਰੇ ਕਹਿੰਦੇ ਜੀ ਪਾਓ ਭਾਈ। ਸਾਰੇ ਕਬੂਤਰ ਦਾਣੇ ਚੁਗਣ ਲੱਗ ਪਏ। ਉਹ ਜਿਹੜਾ ਪੈਰ ਥੱਲੇ ਆ ਕੇ ਮਰਿਆ ਸੀ ਨਾ, ਉਹ ਉੱਦਾਂ ਹੀ, ਉਹ ਨਹੀਂ ਜੀਆ। ਕਹਿੰਦੇ ਮਹਾਰਾਜ ਇਹਨੂੰ ਕਿਉਂ ਨਹੀਂ ਜਵਾਇਆ? ਮਹਾਰਾਜ ਕਹਿੰਦੇ ਪਰਮੇਸ਼ਰ ਨੇ ਮਾਰਿਆ ਸੀ, ਜਿਹੜੇ ਅਸੀਂ ਮਾਰੇ ਸੀ ਜਵਾ ਤੇ। ਪਰਮੇਸ਼ਰ ਦੇ ਤੁਹਾਨੂੰ ਕਿਹਾ ਸੀ ਤਾਂ ਪਰਮੇਸ਼ਰ ਦੇ ਹੁਕਮ ਦੀ ਖੇਡ ਹੈ, ਅਸੀਂ ਉਹਦੇ 'ਚ ਹੁਕਮ ਦਖਲ ਨਹੀਂ ਦੇਣਾ। ਇਹ ਉਹਦੇ ਹੁਕਮ ਨਾਲ ਮਰਿਆ, ਇਹ ਉਹ ਮਾਰੇ ਭਾਵੇਂ ਰੱਖੇ, ਜਿਹੜਾ ਅਸੀਂ ਸਾਡਾ ਪਹਿਰਾ ਸੀ ਅਸੀਂ ਕਰ ਲਿਆ। ਫਿਰ ਮਹਾਰਾਜ ਇੱਦਾਂ ਬਾਜ਼ਾਰ 'ਚ ਜਾਂਦੇ, ਘੋੜੇ ਚੜੇ ਇੱਧਰ ਵੀ ਸੋਨੇ ਦੀਆਂ ਦੁਕਾਨਾਂ ਸੁਨਿਆਰਿਆਂ ਦੀਆਂ, ਇੱਧਰ ਮੋਹਰਾਂ ਪਈਆਂ, ਗਹਿਣੇ ਪਏ, ਸੋਨਾ ਹੀ ਸੋਨਾ। ਤੇ ਮੌਜ ਵਿੱਚ ਆਏ ਕਲਗੀਧਰ ਪਾਤਸ਼ਾਹ ਬਚਨ ਕਰੀ ਜਾਂਦੇ, ਨੌਰ ਗੁਰੂ ਕੀ ਮੋਹਰ ਸਿੰਘ ਆਵੇਂਗੇ ਤਬ ਲੂਟੇਂਗੇ, ਨੌਰ ਗੁਰੂ ਕੀ ਮੋਹਰ ਸਿੰਘ ਆਵੇਂਗੇ ਤਬ ਲੂਟੇਂਗੇ। ਕਹਿੰਦੇ ਸਿੰਘ ਕਹਿੰਦੇ ਮਹਾਰਾਜ ਹੁਣੇ ਕਰ ਲਈਏ ਪਹਿਰਾ? ਮਹਾਰਾਜ ਕਹਿੰਦੇ ਨਹੀਂ, ਸਿੰਘ ਆਵੇਂਗੇ ਤਬ ਲੂਟੇਂਗੇ। ਉਹ ਬਚਨ ਉਦੋਂ ਪੂਰਾ ਹੋਇਆ ਜਦੋਂ ਮੱਸੇ ਰੰਗੜ ਨੇ ਦਰਬਾਰ ਸਾਹਿਬ 'ਤੇ ਕਬਜ਼ੇ ਕਰ ਲਏ। ਸਿੰਘਾਂ ਨੂੰ ਇਹ ਪੰਜਾਬ ਛੱਡਣਾ ਪਿਆ। ਬੀਕਾਨੇਰ, ਨੌਰ, ਉਹ ਦੂਰ ਦੂਰ ਤੱਕ ਖਾਲਸਾ, ਉਹ ਰਾਜਸਥਾਨ, ਜੈਪੁਰ, ਜੋਧਪੁਰ ਤਾਈਂ ਗਿਆ। ਕੜਾਕੇ ਫਾਕੇ ਸਨ, ਮਸਤਾਨੇ ਪਹਿਰੇ ਮਾਇਆ ਦੇ। ਫਿਰ ਨੌਰ ਖਾਲਸੇ ਦੇ ਕੰਮ ਆਇਆ। ਉਹ ਬਚਨ ਪੂਰਾ ਹੋਇਆ, ਮਾਰੇ ਸਿੰਘ ਆਵੇਂਗੇ ਤਬ ਲੂਟੇਂਗੇ। ਉਹ ਬਚਨ ਪੂਰਾ ਹੋਇਆ। ਬੇਅੰਤ ਧਰਤੀ ਰਾਜਸਥਾਨ ਦੀ ਤਾਰੀ ਹੈ। ਕਦੀ ਉੱਧਰ, ਹੁਣ ਪਿਛਲੇ ਸਾਲ ਅਸੀਂ ਫੌਜਾਂ ਗਈਆਂ, ਉੱਧਰ ਦਰਸ਼ਨ ਕਰਕੇ ਆਏ। ਅਜੇ ਕਈ ਸਥਾਨ ਤਾਂ ਜੀ ਪ੍ਰਗਟ ਹੀ ਨਹੀਂ ਹੋਏ ਅਜੇ। ਹੌਲੇ ਹੌਲੇ ਮਹਾਰਾਜ ਆਪ ਕਿਰਪਾ ਕਰ ਰਹੇ ਨੇ। ਜਿੱਥੇ ਸ਼ਹੀਦ ਸਿੰਘ ਬੋਲਦੇ ਨੇ ਉਹ ਫਿਰ ਲੋਕਾਂ ਨੂੰ ਜਗ੍ਹਾ ਦੇਣੀ ਪੈਂਦੀ ਹੈ, ਫਿਰ ਬਣਾ ਲੈਂਦੇ ਗੁਰਦੁਆਰੇ। ਅਤੇ ਬਹੁਤ ਸਥਾਨ ਅਜੇ ਬਣਨ ਵਾਲੇ ਨੇ। ਨਰੈਣੇ ਮਹਾਰਾਜ ਸੱਚੇ ਪਾਤਸ਼ਾਹ ਜੈਤ ਰਾਮ ਨੂੰ ਦਰਸ਼ਨ ਦਿੱਤੇ। ਜੈਤ ਰਾਮ ਕਹਿੰਦਾ ਮਹਾਰਾਜ ਲੰਗਰ ਛਕੋ। ਮਹਾਰਾਜ ਕਹਿੰਦੇ ਸੰਤ ਜੀ ਤੁਹਾਡਾ ਹੀ ਲੰਗਰ ਛਕਦੇ ਹਾਂ, ਤੁਹਾਡਾ ਪ੍ਰਵਾਨ ਹੈ। ਕਹਿੰਦੇ ਨਹੀਂ ਮਹਾਰਾਜ, ਸਾਡੇ ਕੋਲੋਂ ਆਏ ਹੋ ਅਤੇ ਸੇਵਾ। ਉਹ ਬ੍ਰਹਮ ਗਿਆਨੀ ਮਹਾਤਮਾ ਹੋਏ ਨੇ, ਦਾਦੂ ਦੀਨ ਦਿਆਲ ਜੀ, ਬਹੁਤ ਉੱਚੀ ਅਵਸਥਾ ਦੇ ਬ੍ਰਹਮ ਗਿਆਨੀ ਸਾਧੂ ਹੋਏ ਨੇ। ਉਹਨਾਂ ਦਾ ਉੱਥੇ ਜਿਵੇਂ ਆਪਣੇ ਕੋਈ ਮੂਰਤੀ ਨਹੀਂ ਆਪਾਂ ਰੱਖਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪਾਂ ਪ੍ਰਕਾਸ਼ ਕਰਦੇ ਹਾਂ। ਦਾਦੂ ਪੰਥੀਆਂ ਵਿੱਚ ਵੀ ਦਾਦੂ ਦੀਨ ਦਿਆਲ ਜੀ ਦੇ ਗ੍ਰੰਥ ਦਾ ਹੀ ਪ੍ਰਕਾਸ਼ ਹੁੰਦਾ, ਕੋਈ ਮੂਰਤੀ ਨਹੀਂ ਬਣਦੇ। ਉਹਨਾਂ ਦਾ ਵੀ ਇਹੀ ਇਸੇ ਤਰ੍ਹਾਂ ਹੀ ਉਹਨਾਂ ਦੀ ਬਾਣੀ ਹੈ। ਪੰਜਵੀਂ ਪੀੜ੍ਹੀ ਜੈਤ ਰਾਮ ਜੀ ਮਹਾਂਪੁਰਸ਼ ਹੋਏ ਨੇ। ਉਹ ਸਤਿਗੁਰੂ ਕਲਗੀਧਰ ਜੀ ਨੂੰ ਕਹਿੰਦੇ ਮਹਾਰਾਜ ਸਾਡੇ ਕੋਲ ਲੰਗਰ ਛਕੋ। 3 ਵਾਰੀ ਉਹਨੇ ਬੇਨਤੀ ਕੀਤੀ। ਮਹਾਰਾਜ ਕਹਿੰਦੇ ਸੰਤ ਜੀ ਗੱਲ ਇਹ ਹੈ ਵੀ ਅਸੀਂ ਲੰਗਰ ਤੁਹਾਡਾ ਛਕ ਨਹੀਂ ਸਕਦੇ। ਕਹਿੰਦਾ ਮਹਾਰਾਜ ਇਹੋ ਜਿਹੀ ਕਿਹੜੀ ਗੱਲ ਹੋ ਗਈ? ਸਤਿਗੁਰੂ ਕਹਿੰਦੇ ਗੱਲ ਦੱਸੀਏ ਤਾਂ ਤੁਹਾਨੂੰ ਹੋਰ ਤਰ੍ਹਾਂ ਲੱਗੇਗੀ। ਕਹਿੰਦਾ ਦੱਸ ਤਾਂ ਦਿਓ। ਮਹਾਰਾਜ ਕਹਿੰਦੇ ਸੰਗ ਹਮਾਰੇ ਮਾਸਾਹਾਰੀ, ਰੀਤ ਇਹਨੋਂ ਕੀ ਅਪਰਪਾਰੀ। ਇਹ ਸ਼ਿਕਾਰ ਖੇਡ ਕੇ ਛਕਣ ਵਾਲੇ ਸੂਰਮੇ ਹੈ ਇਹ, ਤੇ ਸੰਤ ਜੀ ਤੁਸੀਂ ਛਕਾਉਣਾ ਕੋਈ ਨਹੀਂ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਮੂੰਗੀ ਦੀ ਦਾਲ ਹੀ ਛਕ ਲਓ। ਸਤਿਗੁਰੂ ਕਹਿੰਦੇ ਚੰਗਾ ਫਿਰ ਸੰਤ ਜੀ ਕਰ ਲਓ ਤਿਆਰੀ। ਉਹਨਾਂ ਨੇ ਬੜਾ ਸੋਹਣਾ ਪਿਆਰ ਨਾਲ ਲੰਗਰ ਸਜਾਇਆ, ਵਧੀਆ ਪਕਵਾਨ, ਦਾਲਾਂ, ਸਬਜ਼ੀਆਂ, ਖੀਰ, ਕੜਾਹ, ਪੂੜੀਆਂ। ਪੰਗਤ ਲੱਗ ਗਈ। ਪਾਤਸ਼ਾਹ ਬੈਠੇ ਕਲਗੀਧਰ ਜੀ, ਅਤੇ ਥਾਲ ਅੱਗੇ ਪਿਆ ਵੇਖੀ ਜਾਂਦੇ।
ਉਹ ਮਹਾਰਾਜ ਪੱਖਾ ਝੱਲੀ ਜਾਂਦਾ, ਮਹਾਰਾਜ ਛਕੋ। ਮਹਾਰਾਜ ਫਿਰ ਇੱਦਾਂ, ਮਹਾਰਾਜ ਛਕੋ। ਮਹਾਰਾਜ ਕਹਿੰਦੇ ਵੀ ਸੰਤ ਜੀ ਛਕਨੇ ਆ, ਪਰ ਕਰੀਏ ਕੀ, ਪਹਿਲਾਂ ਬਾਜ ਨੂੰ ਛਕਾਉਂਦੇ ਆ ਫਿਰ ਛਕਨੇ ਆ। ਅੱਜ ਵਿਚਾਰੇ ਬਾਜ ਭੁੱਖੇ ਬੈਠੇ ਸਾਡੇ। ਕਹਿੰਦਾ ਮਹਾਰਾਜ ਮੇਰੇ ਕੋਲ ਇੰਨੀ ਸਾਧ ਕੋਲ ਸਮਰੱਥਾ ਨਹੀਂ ਵੀ ਮੈਂ ਤੁਹਾਡੇ ਬਾਜਾਂ ਨੂੰ ਰਜਾ ਸਕਾਂ। ਮਹਾਰਾਜ ਕਹਿੰਦੇ ਨਹੀਂ ਸੰਤ ਜੀ, ਤੁਹਾਡੇ ਕੋਲ ਹੈ ਸਮਰੱਥਾ, ਆ ਲਓ ਬਾਜਰਾ ਤੇ ਜਾ ਕੇ ਬੇਨਤੀ ਕਰੋ ਵੀ ਅੱਜ ਹੀ ਛਕ ਲਓ। ਸੰਤ ਬਾਬਾ ਜੈਤ ਰਾਮ ਜੀ ਬਾਜਰਾ ਲੈ ਕੇ ਗਏ। ਬਾਜਾਂ ਦੇ ਅੱਗੇ ਕਲਗੀਧਰ ਪਾਤਸ਼ਾਹ ਦੇ ਬਾਜੋ, ਤੁਸੀਂ ਮੇਰੇ ਘਰ ਆਏ ਹੋ, ਮੈਂ ਸਾਧ ਹਾਂ, ਮੈਂ ਤੁਹਾਡੀ ਸੇਵਾ ਨਹੀਂ ਕਰ ਸਕਦਾ, ਅੱਜ ਇਹੀ ਪ੍ਰਵਾਨ ਕਰ ਲਓ। ਸੀਆਂ ਚਰਗਾਂ ਕੁਈਆਂ ਬਾਜਾਂ ਕੁਈਆਂ, ਇਹਨਾਂ ਖਵਾਲੇ ਘਾਹ, ਘਾਹ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਤੇ ਖਾਲੇ, ਥਲੀ ਕਰੇ ਅਸਗਾ, ਕੀੜਾ ਥਾਪ ਦੇ ਬਾਦਸ਼ਾਹੀ ਲਸ਼ਕਰ ਕਰੇ ਸਵਾ। ਐਸਾ ਚੋਜ ਕੀਤਾ। ਅੱਜ ਵੀ ਉੱਥੇ ਜਦੋਂ ਵੀ ਤੁਸੀਂ ਜਾਓਗੇ, ਹੁਣ ਜਿਹੜੇ ਮਹਾਂਪੁਰਸ਼ ਨੇ ਉਹ 20ਵੀਂ ਥਾਂ 'ਤੇ ਨੇ ਜੀ। ਜਿਹੜੇ ਬਾਬਾ ਦਾਦੂ ਦੀਨ ਦਿਆਲ ਜੀ ਦੀ ਮੰਨਤੀ ਚਲੀ ਆਉਂਦੀ, ਗੱਦੀ ਚਲੀ ਆਉਂਦੀ, ਹੁਣ 20ਵੀਂ ਥਾਂ। ਉਹ ਵੀ ਇਹ ਸਾਖੀ ਇੱਦਾਂ ਹੀ ਸੁਣਾਉਂਦੇ ਨੇ ਵੀ ਇੱਥੇ ਸਤਿਗੁਰੂ ਸਾਡੇ ਕੋਲ ਆਏ ਸੀ, ਇਹ ਕੌਤਕ ਇੱਥੇ ਵਰਤਿਆ ਸੀ। ਮਹਾਰਾਜ ਬੇਅੰਤ ਸੰਗਤਾਂ ਨੂੰ ਤਾਰਦੇ ਹੋਏ ਜਦੋਂ ਮਾਤਾ ਜੀ ਸਮੇਤ ਇੱਥੇ ਦਿੱਲੀ 'ਚ ਆ ਗਏ, ਇੱਥੇ ਵੀ ਬੜੇ ਕੌਤਕ ਹੋਏ। ਉਹਦਾ ਤੁਸੀਂ ਜਾਣਦੇ ਹੀ ਹੋ ਵੀ ਮਹਾਰਾਜ ਨੇ ਝੋਟਿਆਂ ਕੋਲੋਂ ਹਾਥੀ ਦੇ ਮੁਕਾਬਲੇ ਕਰਵਾਏ, ਤੀਰ ਮਾਰਿਆ, ਹੋਰ ਬੇਅੰਤ ਕੌਤਕ ਇੱਥੇ ਕੀਤੇ। ਫਿਰ ਮਹਾਰਾਜ ਦੱਖਣ ਨੂੰ ਚਾਲਾ ਪਾਇਆ ਨਾ, ਜਦੋਂ ਮਾਤਾ ਸੁੰਦਰੀ ਜੀ ਨੂੰ ਇੱਥੇ ਹੀ ਪਹਿਰਾ ਲਾਇਆ ਵੀ ਦਿੱਲੀ ਦੀਆਂ ਸੰਗਤਾਂ, ਖਜ਼ਾਨਾ ਜਿਹੜਾ ਹੈ ਉਹ ਪਟਨੇ ਸਾਹਿਬ ਰਹੇਗਾ। ਬਹੁਤ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਤਿਹਾਸ ਵਿੱਚ ਪ੍ਰਚਾਰੀਆਂ ਪ੍ਰਸਾਰੀਆਂ ਨਹੀਂ ਜਾਂਦੀਆਂ, ਪਰ ਮਿਲ ਜਾਂਦੀਆਂ ਨੇ। ਜਿਹੜਾ ਸਭ ਤੋਂ ਵੱਡਾ ਖਜ਼ਾਨਾ ਸੀ ਮਾਇਆ ਦਾ, ਉਹ ਪਟਨੇ ਸਾਹਿਬ ਕਿਉਂ ਰੱਖਿਆ ਵੀ ਉਹ ਜਿਹੜਾ ਇਲਾਕਾ ਸੇਵ ਸੀਗਾ। ਮਾਇਆ ਦਾ ਖਜ਼ਾਨਾ, ਗੁਰੂ ਪੰਥ ਦੇ ਵੱਡੇ ਵੱਡੇ ਕਾਰਜ ਹੋਣੇ, ਉੱਥੋਂ ਮੰਗਾ ਲਿਆ ਕਰੋ, ਖਜ਼ਾਨਾ ਉੱਥੇ ਰਹੇਗਾ। ਮਾਤਾ ਜੀ ਇੱਥੋਂ ਹੁਕਮ ਚਲਾਉਣਗੇ ਪੰਥ ਦੇ ਉੱਤੇ। ਮਾਤਾ ਸੁੰਦਰੀ ਜੀ ਉਹ ਭਗਤੀ ਵਿੱਚ ਵੀ ਪੂਰੇ ਸਨ, ਸ਼ਕਤੀ ਵਿੱਚ ਵੀ ਪੂਰੇ ਸਨ। ਮਾਤਾ ਸਾਹਿਬ ਦੇਵਾਂ ਜੀ ਦੀ ਬਿਰਤੀ ਕੇਵਲ ਭਗਤੀ ਵਿੱਚ ਸੀ, ਬਾਹਰ ਵਿਹਾਰਾ ਜਿਹੜਾ ਸੀ ਨਾ ਉਹਦੇ ਧਿਆਨ ਘੱਟ ਦਿੰਦੇ ਸਨ। ਪੰਥ ਦੇ ਜਿਹੜੇ ਕਾਰ ਉਹ ਮਾਤਾ ਜੀ, ਮਾਤਾ ਸੁੰਦਰੀ ਜੀ ਨੂੰ ਉਹ ਹੁਕਮਨਾਮੇ ਜਾਰੀ ਕਰਨੇ, ਭਾਈ ਮਨੀ ਸਿੰਘ ਦੀ ਡਿਊਟੀ ਲਾਣੀ, ਦਸਮ ਪਾਤਸ਼ਾਹ ਦੀ ਬਾਣੀ ਇਕੱਠੀ ਕਰਵਾਉਣੀ, ਇਹ ਸਾਰੇ ਕਾਰਜ ਵੱਡੇ ਮਾਤਾ ਜੀ ਕਰਦੇ ਸਨ। ਖਜ਼ਾਨਾ ਕਿੱਥੇ ਵਰਤਣਾ ਹੈ, ਮਾਇਆ ਕਿੱਥੇ ਦੇਣੀ ਹੈ, ਮਾਤਾ ਸੁੰਦਰੀ ਜੀ ਕਰਦੇ ਸਨ। ਮਾਤਾ ਸਾਹਿਬ ਦੇਵਾਂ ਜੀ ਆ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਰਹਿੰਦੇ। ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਮੇਰਾ ਪਰਣ ਹੈ ਕਿ ਪ੍ਰਸ਼ਾਦਾ ਮੈਂ ਉਦੋਂ ਛਕਦੀ ਹਾਂ ਜਦੋਂ ਆਪ ਜੀ ਦੇ ਦਰਸ਼ਨ ਕਰ ਲਵਾਂ, ਇਸ ਕਰਕੇ ਮੈਨੂੰ ਨਾਲ ਲੈ ਚੱਲੋ। ਉਹਨਾਂ ਦੇ ਅੰਦਰ ਦੀ ਪ੍ਰੇਮਾ ਭਗਤੀ ਜਾਣ ਕੇ ਸਤਿਗੁਰੂ ਜੀ ਉਹਨਾਂ ਨੂੰ ਨਾਲ ਲੈ ਕੇ ਦੱਖਣ ਦਿਸ਼ਾ ਵੱਲ ਹਜ਼ੂਰ ਸਾਹਿਬ ਵੱਲ ਚਾਲੇ ਪਾਏ। ਬਹੁਤ ਲੰਮੇ ਸਫ਼ਰ ਕਰਕੇ ਹਜ਼ੂਰ ਸਾਹਿਬ ਪਹੁੰਚੇ, ਜਿਹੜਾ ਮਾਤਾ ਜੀ ਦਾ ਪੁਰਾਤਨ ਸਤਜੁਗੀ ਤਪ ਸਥਾਨ ਹੈ। ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਆਤਮ ਮੰਡਲ ਵਿੱਚ ਸਰੀਰਾਂ ਦੇ ਬੰਧਨ ਕੋਈ ਨਹੀਂ, ਟਾਈਮ ਦੇ ਬੰਧਨ ਕੋਈ ਨਹੀਂ, ਅਨਾਦਿ ਤੇ ਅਨੰਤ ਖੇਡ ਹੈ। ਮਹਾਰਾਜ ਸੱਚੇ ਪਾਤਸ਼ਾਹ ਵੀ ਉੱਥੇ ਤਪ ਕੀਤਾ। ਹਜ਼ੂਰ ਸਾਹਿਬ ਪੁਰਾਤਨ ਜਿਹੜਾ ਮਹਾਰਾਜ ਦਾ ਅੱਜ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਹੈ, ਇਹ ਤਪ ਸਥਾਨ ਸੀ ਪੁਰਾਤਨ। ਨਗੀਨੇ ਘਾਟ ਤੋਂ ਤੀਰ ਮਾਰ ਕੇ ਮਹਾਰਾਜ ਨੇ ਪ੍ਰਗਟ ਕੀਤਾ। ਉੱਥੇ ਮਦਰਸਾ ਬਣਾ ਲਿਆ ਸੀ ਮੁਸਲਮਾਨਾਂ ਨੇ, ਮਕਬਰਾ ਜਿਹਾ, ਉੱਥੇ ਉਹ ਰਹਿੰਦੇ ਸਨ। ਉਹਦੇ ਵਿੱਚ ਤੀਰ ਵੱਜਾ ਤੇ ਜਾ ਕੇ ਕਹਿਣ ਲੱਗੇ ਵੀ ਸਾਡੀ ਜਗ੍ਹਾ ਭਾਈ। ਉਹ ਕਹਿੰਦੇ ਨਾਲੇ ਤੀਰ ਮਾਰਿਆ, ਨਾਲੇ ਬੰਦਾ ਮਾਰ ਦੇਣਾ ਸੀ ਕੋਈ, ਤੇ ਨਾਲੇ ਕਹਿੰਦੇ ਜਗ੍ਹਾ ਤੁਹਾਡੀ ਕਿਵੇਂ ਹੋ ਗਈ, ਸਾਡਾ ਮਕਬਰਾ ਬਣਿਆ ਹੋਇਆ। ਸਤਿਗੁਰੂ ਕਹਿੰਦੇ ਤੁਹਾਡਾ ਕਦੋਂ ਦਾ ਬਣਿਆ? ਕਹਿੰਦੇ ਜੀ 200 ਸਾਲ ਹੋ ਗਏ। ਮਹਾਰਾਜ ਕਹਿੰਦੇ ਸਾਡੇ 4 ਯੁੱਗ ਹੋ ਗਏ। ਉਹਨਾਂ ਨੂੰ ਕਿੱਥੇ ਮੰਨਣ 'ਚ ਆਵੇ ਗੱਲ। ਉਹ ਮਸਲਾ ਬਾਦਸ਼ਾਹ ਕੋਲ ਚਲਾ ਗਿਆ। ਬਾਦਸ਼ਾਹ ਕਹਿੰਦਾ ਵੀ ਗੁਰੂ ਸਾਹਿਬ ਗਲਤ ਗੱਲ ਨਹੀਂ ਕਹਿੰਦੇ, ਜੋ ਵੀ ਕਹਿੰਦੇ ਯਥਾਰਥ ਕਹਿੰਦੇ ਆ, ਪਰ ਮਹਾਰਾਜ ਫਿਰ ਵੀ ਇਹਨਾਂ ਨੂੰ ਕੋਈ ਪ੍ਰਮਾਣ ਦਿਓਗੇ ਤਾਂ ਇਹ ਖੇੜਾ ਛੱਡਣਗੇ। ਮਹਾਰਾਜ ਕਹਿੰਦੇ ਪ੍ਰਗਟ ਕਰੋ। ਥੱਲਿਓਂ ਜਗ੍ਹਾ ਪੁੱਟੀ, ਜ਼ਮੀਨ ਵਿੱਚੋਂ ਸਤਿਗੁਰਾਂ ਦਾ ਧੂਣਾ, ਸਰਵਲੋਹ ਦਾ ਬਾਟਾ, ਗੜਵਾ, ਉਹ ਜਿਹੜਾ ਆਸਣ ਬੈਰਾਗਣ ਆਦਿ ਉੱਥੋਂ ਪ੍ਰਗਟ ਹੋਏ। ਇਹ ਮਹਾਰਾਜ ਦਾ ਤਪ ਸਥਾਨ ਪ੍ਰਗਟ ਹੋਇਆ।
ਮਾਤਾ ਜੀ ਦਾ ਤਪ ਸਥਾਨ ਉਹ ਗੋਦਾਵਰੀ ਦੇ ਕੰਢੇ ਸਤਜੁਗੀ, ਉੱਥੇ ਮਾਤਾ ਜੀ ਦਾ ਆਸਣ ਲਵਾ ਦਿੱਤਾ। ਜਿਹੜਾ ਹੀਰਾ ਘਾਟ ਗੁਰਦੁਆਰਾ ਹੈ, ਇੱਥੇ ਕਲਗੀਧਰ ਪਾਤਸ਼ਾਹ ਦਾ ਆਸਣ ਸੀਗਾ। ਇਹਦੇ ਨਾਲ ਹੀ ਬਾਹਮਣਵਾੜਾ ਪਿੰਡ, ਬਾਹਮਣ ਮਾਰਾ ਕਰਕੇ ਬੋਲਦੇ ਸੀ। ਕਹਿੰਦੇ ਆ ਵੀ ਜਨਮੇਜੇ ਰਾਜੇ ਨੇ ਉੱਥੇ ਗੋਦਾਵਰੀ ਦੇ ਕੰਢੇ ਜਗ ਕਰਵਾਇਆ ਅਤੇ 18 ਜਾਤੀਆਂ ਦੇ ਬ੍ਰਾਹਮਣ ਮਾਰ ਦਿੱਤੇ ਸਨ। ਉਹ ਉੱਥੋਂ ਦਾ ਇਤਿਹਾਸ ਉੱਥੋਂ ਦੇ ਪੰਡਿਤ ਬ੍ਰਾਹਮਣ ਦੱਸਦੇ ਹਨ। ਕਹਿੰਦੇ ਉਦੋਂ ਦੇ ਅਸੀਂ ਇੱਥੇ ਵਸੇ ਹਾਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ। ਉੱਥੇ ਹੀਰਾ ਘਾਟ ਸਾਹਿਬ ਕਲਗੀਧਰ ਬੈਠੇ ਭਾਈ ਦਇਆ ਸਿੰਘ ਜੀ ਕਹਿੰਦੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਪ ਜੀ ਨੇ ਦਮਦਮੇ ਸਾਹਿਬ ਸੁਣਾਤੀ ਸੀ। ਸਾਨੂੰ ਦਸਮ ਪਾਤਸ਼ਾਹ ਦੀ ਬਾਣੀ, ਆਪਣੀ ਬਾਣੀ ਦੀ ਕਥਾ ਵੀ ਸੁਣਾ ਦਿਓ। ਹੀਰਾ ਘਾਟ ਸਤਿਗੁਰੂ ਕਲਗੀਧਰ ਗੋਦਾਵਰੀ ਦੇ ਕੰਢੇ ਤੇ ਦਸਮ ਦੀ ਬਾਣੀ ਦੀ ਕਥਾ ਸੁਣਾਈ। ਸਾਰੇ ਸਿੰਘਾਂ ਨੂੰ ਅਰਥ ਪੜ੍ਹਾਏ ਅਤੇ ਮਾਤਾ ਜੀ ਉੱਥੇ ਪਰਾਂ ਆਪਣੇ ਸਥਾਨ 'ਤੇ ਰਹਿੰਦੇ, ਬੜੀ ਸ਼ਰਧਾ ਨਾਲ ਪ੍ਰਸ਼ਾਦਾ ਤਿਆਰ ਕਰਕੇ ਰੱਖਦੇ। ਸਤਿਗੁਰੂ ਕਲਗੀਧਰ ਪਾਤਸ਼ਾਹ ਇੱਥੋਂ ਜਾ ਕੇ ਉੱਥੇ ਮਾਤਾ ਜੀ ਕੋਲੋਂ ਪ੍ਰਸ਼ਾਦਾ ਛਕਦੇ। ਪ੍ਰਸ਼ਾਦਾ ਛਕ ਕੇ ਕੁਝ ਸਮਾਂ ਮਾਤਾ ਜੀ ਕੋਲ ਬੈਠ ਕੇ ਆਤਮ ਵਿਚਾਰ, ਬ੍ਰਹਮ ਵਿਚਾਰ ਕਰਕੇ ਫਿਰ ਆਪਣੇ ਸਥਾਨ 'ਤੇ ਆ ਬਿਰਾਜਦੇ। ਕੁਝ ਦਿਨਾਂ ਬਾਅਦ ਸਤਿਗੁਰੂ ਜੀ ਨੇ ਆਉਣ ਵਾਲੇ ਭਵਿੱਖ ਦੀ ਸਾਰੀ ਵਾਰਤਾ ਨੂੰ ਜਾਣ ਲਿਆ ਅਤੇ ਮਾਤਾ ਜੀ ਨੂੰ ਹੁਕਮ ਲਾਇਆ ਵੀ ਤੁਸੀਂ ਮਾਤਾ ਸੁੰਦਰੀ ਜੀ ਕੋਲ ਦਿੱਲੀ ਚਲੇ ਜਾਓ। ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਮੈਂ ਪ੍ਰਸ਼ਾਦਾ ਆਪ ਦੇ ਦਰਸ਼ਨ ਕਰਕੇ ਹੀ ਛਕਦੀ ਹਾਂ, ਬਿਨਾਂ ਦਰਸ਼ਨ ਕੀਤਿਆਂ ਮੈਂ ਪ੍ਰਸ਼ਾਦਾ ਨਹੀਂ ਛਕਦੀ, ਇਹ ਮੇਰਾ ਪਰਣ ਹੈ। ਜਦੋਂ ਦਿੱਲੀ ਚਲੀ ਜਾਵਾਂਗੀ ਆਪ ਦੇ ਦਰਸ਼ਨ ਕਿਵੇਂ ਹੋਣਗੇ? ਹਜ਼ੂਰ ਕਲਗੀਧਰ ਜੀ ਕਹਿਣ ਲੱਗੇ ਆ ਸਾਡੇ ਗੁਰਦੇਵ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਕਮਰ ਕਸੇ ਦੇ ਸ਼ਸਤਰ ਹਨ, ਇਹਨਾਂ ਦੀ ਸੇਵਾ ਕਰਿਆ ਜੇ, ਧੂਪ ਬੱਤੀ ਕਰਿਆ ਜੇ, ਦੀਵਾ ਕਰਿਆ ਜੇ, ਇਹਨਾਂ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਿਆ ਜੇ, ਸਾਡੇ ਦਰਸ਼ਨ ਹੋਣਗੇ। ਸੋ ਸਾਧ ਸੰਗਤ ਜੀ, ਮਾਤਾ ਜੀ ਉੱਥੋਂ ਸ਼ਸਤਰ ਲੈ ਕੇ ਇੱਥੇ ਆਏ, ਮਾਤਾ ਸੁੰਦਰੀ ਜੀ ਦੇ ਪਾਸ ਹੀ ਨਿਵਾਸ ਕੀਤਾ। ਜਿੰਨਾ ਚਿਰ ਮਾਤਾ ਸਾਹਿਬ ਦੇਵਾਂ ਜੀ ਦਾ ਸਰੀਰ ਰਿਹਾ, ਸ਼ਸਤਰਾਂ ਦੀ ਸੇਵਾ ਉਹ ਕਰਦੇ ਰਹੇ। ਫਿਰ ਬਾਅਦ ਵਿੱਚ ਮਾਤਾ ਸੁੰਦਰੀ ਜੀ ਨੂੰ ਸੰਭਾਲ ਕੇ ਆਪ ਸੱਚਖੰਡ ਪਿਆਨਾ ਕਰ ਗਏ ਸਨ। ਇਸ ਪਾਵਨ ਸਥਾਨ 'ਤੇ ਇਹ ਜਿੱਥੇ ਸਤਿਗੁਰੂ 8ਵੇਂ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਦਾ ਅੰਗੀਠਾ ਸਾਹਿਬ ਸੀ, ਇੱਥੇ ਲਿਆ ਕੇ ਮਾਤਾ ਜੀ ਦੇ ਪਵਿੱਤਰ ਸਰੀਰ ਦਾ ਸੰਗਤਾਂ ਨੇ, ਦਿੱਲੀ ਦੀਆਂ ਸੰਗਤਾਂ ਨੇ ਸੰਸਕਾਰ ਕੀਤਾ ਹੈ। ਸੋ ਇਹ ਅਸਥਾਨ 'ਤੇ ਆਪਾਂ ਅੱਜ ਦਰਸ਼ਨ ਕਰ ਰਹੇ ਹਾਂ। ਮਾਤਾ ਜੀ ਦਾ ਇਤਿਹਾਸ ਸਾਨੂੰ ਬਹੁਤਾ ਨਹੀਂ ਮਿਲਦਾ। ਪੁਰਾਤਨ ਸਮੇਂ ਤੋਂ ਜੋ ਮਹਾਂਪੁਰਸ਼ਾਂ ਤੋਂ ਸੁਣਿਆ, ਕੁਝ ਵਿਚਾਰਿਆ, ਕੁਝ ਅੰਸ਼ ਆਪ ਜੀ ਨਾਲ ਸਾਂਝੇ ਕੀਤੇ ਨੇ। ਮਾਤਾ ਜੀ ਖਾਲਸੇ ਦੇ ਮਾਤਾ ਹਨ। ਜਿੱਥੇ ਵੀ ਸੰਸਾਰ ਵਿੱਚ ਗੁਰੂ ਕਾ ਸਿੱਖ ਬੈਠਾ ਹੈ, ਉਹ ਜਿੱਥੇ ਕਲਗੀਧਰ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ, ਉੱਥੇ ਮਾਤਾ ਜੀ ਨੂੰ ਯਾਦ ਕਰਦਾ ਹੈ। ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਵੀ ਇਹੀ ਬਚਨ ਦੁਹਰਾਉਂਦੇ ਹਨ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮਾਤਾ ਸਾਹਿਬ ਦੇਵਾਂ ਜੀ, ਇਹ ਮਾਤਾ ਪਿਤਾ ਦੀ ਖੁਸ਼ੀ। ਸਾਧ ਸੰਗਤ ਜੀ, ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ। ਕਰਤੇ ਪੁਰਖ ਨੇ ਸ਼ਿਵ ਸ਼ਕਤੀ ਦਾ ਮੇਲ ਕੀਤਾ ਹੈ। ਮਾਤਾ ਜੀ ਸ਼ਕਤੀ ਸਰੂਪ ਹਨ, ਕਲਗੀਧਰ ਪਾਤਸ਼ਾਹ ਸ਼ਿਵ ਸਰੂਪ ਹਨ। ਸ਼ਿਵ ਨਾਮ ਚੇਤਨ ਦਾ ਹੈ। ਅੱਜ ਕੱਲ੍ਹ ਛੇਤੀ ਕਰਕੇ ਅਰਥ ਜਿਹੜੇ ਨੇ ਉਹ ਬਾਹਰਮੁਖੀ ਬਿਰਤੀ ਵੱਲ ਜਾਂਦੇ ਨੇ, ਕੋਈ ਕਿੱਧਰ ਚਲਾ ਜਾਂਦਾ ਕਿੱਧਰ। ਪਰ ਸ਼ਿਵ ਨਾਮ, ਸ਼ਿਵ ਦੇ ਦੋ ਅਰਥ ਨੇ। ਸ਼ਿਵ ਉਹਨੂੰ ਕਹਿੰਦੇ ਆ ਜੋ ਆਪਣੇ ਆਪ ਨੂੰ ਵੀ ਜਾਣਦਾ ਹੋਵੇ ਔਰ ਦੂਏ ਨੂੰ ਵੀ ਜਾਣਦਾ ਹੋਵੇ। ਚੇਤਨ ਉਹਦੇ ਵਿਪਰੀਤ, ਉਹਦੇ ਉਲਟ ਜੜ ਪਦਾਰਥ ਹੁੰਦਾ। ਜੜ ਉਹ ਹੁੰਦਾ ਹੈ ਜੋ ਆਪਣੇ ਆਪ ਨੂੰ ਵੀ ਨਾ ਜਾਣੇ ਔਰ ਦੂਏ ਨੂੰ ਵੀ ਨਾ ਜਾਣੇ। ਆਹ ਚਾਦਰ 'ਤੇ ਆਪਾਂ ਬੈਠੇ ਹਾਂ, ਇਹ ਚਾਦਰ ਨੂੰ ਨਹੀਂ ਪਤਾ ਕਿ ਮੈਂ ਚਾਦਰ ਹਾਂ। ਇਹਨੂੰ ਇਹ ਵੀ ਨਹੀਂ ਪਤਾ ਉੱਤੇ ਕੌਣ ਕੌਣ ਬੈਠਾ। ਇਹ ਜੜ ਹੈ। ਜਿਹੜਾ ਆਪਣੇ ਆਪ ਨੂੰ ਵੀ ਨਾ ਜਾਣੇ ਔਰ ਦੂਏ ਨੂੰ ਵੀ ਨਾ ਜਾਣੇ, ਉਹਨੂੰ ਜੜ ਕਹਿੰਦੇ ਆ। ਜਿਹੜਾ ਆਪਣੇ ਆਪ ਨੂੰ ਵੀ ਜਾਣੇ ਔਰ ਦੂਏ ਨੂੰ ਵੀ ਜਾਣੇ, ਉਹਨੂੰ ਚੇਤਨ ਕਹਿੰਦੇ ਆ। ਸ਼ਿਵ ਉਹਨੂੰ ਕਹਿੰਦੇ ਆ ਜੋ ਆਪਣੇ ਆਪ ਨੂੰ ਵੀ ਜਾਣਦਾ ਹੈ ਔਰ ਸੰਸਾਰ ਦੇ ਬਾਹਰ ਦੇ ਪਦਾਰਥ ਨੂੰ ਵੀ ਜਾਣਦਾ, ਉਹ ਸ਼ਿਵ ਸਰੂਪ ਹੈ। ਸ਼ਕਤੀ ਉਹ ਹੈ ਜਿਹਦੇ ਦੁਆਰਾ ਉਹ ਸ਼ਿਵ ਕਿਰਿਆ ਕਰਦਾ ਹੈ। ਆਖੋ ਸ੍ਰੀ ਵਾਹਿਗੁਰੂ। ਜੇ ਉਹਦੇ ਵਿੱਚੋਂ ਇੱਕ ਸਿਹਾਰੀ ਕੱਢ ਦਿੱਤੀ, ਸ਼ਿਵ ਦੇ ਨਾਲ ਪਿੱਛੇ ਸਿਹਾਰੀ ਲੱਗੀ ਹੁੰਦੀ ਹੈ ਨਾ,
ਹੁਣ ਤੁਸੀਂ ਸਾਰੇ ਪੜ੍ਹੇ ਹੋ, ਮੈਨੂੰ ਦੱਸਣ ਦੀ ਲੋੜ ਹੀ ਨਹੀਂ। ਸ਼ਿਵ ਦੀ ਸਿਹਾਰੀ ਲਾ ਦਿਓ। ਸ਼ਵ ਮੁਰਦਾ, ਡੈਡ ਬਾਡੀ। ਅੰਦਰ ਜਿਹੜੀ ਚੇਤਨਾ ਅਕਾਲ ਪੁਰਖ ਦੀ ਸ਼ਿਵ ਹੈ, ਬਾਹਰ ਜਿੰਨਾ ਮਾਇਆ ਦਾ ਪਸਾਰਾ ਹੈ ਉਹਦੀ ਸ਼ਕਤੀ ਹੈ। ਸ਼ਕਤੀ ਤੇ ਸ਼ਿਵ ਜਿਹੜਾ ਹੈ ਇਹ ਸੰਸਾਰ ਦਾ ਪਸਾਰਾ ਹੈ। ਮਾਤਾ ਜੀ ਸਾਡੇ ਸ਼ਕਤੀ ਸਰੂਪ ਹਨ। ਅਸੀਂ ਉਹਨਾਂ ਨੂੰ ਉਸ ਪ੍ਰਤੀਕ ਵਿੱਚ ਅਗਾਤਰੇ ਪਾਈ ਤੇਗ ਦੇ ਰੂਪ ਵਿੱਚ ਵੀ ਖਾਲਸਾ ਮੰਨਦਾ ਹੈ। ਮਾਂ ਦੀ ਮਮਤਾ ਦੇ ਰੂਪ 'ਚ ਮਾਤਾ ਸਾਹਿਬ ਦੇਵਾਂ ਜੀ ਸਾਡੇ ਸਿਰ 'ਤੇ ਹਨ। ਐਸੇ ਮਾਤਾ ਜੀ ਜਿਹੜੇ ਸਦਾ ਹੀ ਰਹਿਣਗੇ, ਉਹਨਾਂ ਦੇ ਚਰਨਾਂ 'ਚ ਬੈਠੇ ਹਾਂ। ਹਾਜ਼ਰ ਨਾਜ਼ਰ ਨੇ, ਸਾਡੀਆਂ ਅਰਦਾਸਾਂ ਸੁਣ ਰਹੇ ਨੇ। ਕੋਈ ਇਹ ਨਾ ਸਮਝੇ ਵੀ ਮਾਤਾ ਜੀ ਦਾ ਅੰਗੀਠਾ ਹੈ, ਇਹ ਮਾਤਾ ਜੀ ਦਾ ਦਰਬਾਰ ਹੈ। ਹਾਜ਼ਰ ਨਾਜ਼ਰ ਨੇ, ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਭੁੱਲਾਂ ਚੁੱਕਾਂ ਦੀ ਖਿਮਾ। ਬਹੁਤ ਪਿਆਰ ਵਾਲੀਆਂ ਰੂਹਾਂ ਦੇ ਅੱਜ ਦਰਸ਼ਨ ਹੋਏ। ਗਿਆਨੀ ਅਮਨਦੀਪ ਸਿੰਘ ਜੀ, ਸਤਿਕਾਰਯੋਗ ਭਾਈ ਬਹੁਲੀਨ ਸਿੰਘ ਜੀ ਕੀਰਤਨੀਏ ਗੁਰੂ ਕੇ ਰਸ ਬਿਨਾ ਅੰਮ੍ਰਿਤਮਈ ਕੀਰਤਨ ਕਰਦੇ ਹੈ। ਔਰ ਦਿੱਲੀ ਦੀਆਂ ਨੌਜਵਾਨ ਫੌਜਾਂ ਸਾਰੀਆਂ, ਇਹ ਗੁਰੂ ਸਾਹਿਬ ਦੀ ਕਿਰਪਾ ਹੈ। ਕਈ ਲੋਕ ਸਮਝਦੇ ਆ ਸਿੱਖੀ ਦਾ ਬੂਟਾ ਸੁੱਕ ਜਾਏਗਾ। ਨਹੀਂ ਸਾਧ ਸੰਗਤ ਜੀ, ਜਿਹੜੇ ਸਿੰਘ ਮਹਾਰਾਜ ਦੇ ਨਾਲ ਰਹੇ ਨਾ, ਉਹੀ ਮੁੜ ਮੁੜ ਕੇ ਆਈ ਜਾਂਦੇ ਆ। ਆਖੋ ਸ੍ਰੀ ਵਾਹਿਗੁਰੂ। ਹਜ਼ੂਰ ਨੇ ਬਚਨ ਲਿਖ ਦਿੱਤੇ ਸਰਬਲੋ ਪ੍ਰਕਾਸ਼ ਵਿੱਚ, 40 ਨਾਰੇ ਬੀਜ ਖਾਲਸੇ ਮੁਕਤੇ ਪਾਵਨ ਸਿੰਘ ਬਲੀ। 40 ਨਾਰ ਜਿਹੜੇ ਚਮਕੌਰ ਸਾਹਿਬ ਸ਼ਹੀਦ ਹੋਏ, ਇਹ ਮੈਂ ਕਹਿੰਦੇ ਬੀਜ ਰੱਖ ਲਏ। ਜੱਟ ਖੇਤੀ ਕਰਦਾ, ਫਸਲ ਵੱਢਦਾ, ਉਹਦੇ 'ਚ ਚੰਗੇ ਚੰਗੇ ਦਾਣੇ ਰੱਖ ਲੈਂਦਾ, ਕਹਿੰਦਾ ਅਗਲੇ ਸਾਲ ਬੀਜ ਇਹਦਾ ਬਣਾਵਾਂਗੇ। 40 ਨਾਰੇ ਬੀਜ ਖਾਲਸੇ। 40 ਜਿਹੜੇ ਮਹਾਰਾਜ ਨੇ ਚੁਣ ਕੇ ਪੂਰੇ, ਪਹਿਲੇ 40 ਮੁਕਤੇ ਚਮਕੌਰ ਵਾਲੇ ਹੈ, ਦੂਜੇ 40 ਮੁਕਤੇ ਮੁਕਤਸਰ ਸਾਹਿਬ ਵਾਲੇ ਹੈ। ਪਹਿਲਾ ਦਰਜਾ ਜਿਹੜਾ ਸ਼੍ਰੋਮਣੀ ਹੈ, ਉਹ ਸਨਮੁਖ ਪੂਰੀ ਤਰ੍ਹਾਂ ਉਹਨਾਂ ਨੂੰ ਜਿਹੜੇ ਚਮਕੌਰ ਸਾਹਿਬ, ਉਹ ਤਾਂ ਸਨਮੁਖ ਹੀ ਰਹੇ ਨਾ। ਕੋਈ ਵਿਦਾਵਾ ਲਿਖਿਆ ਹੀ ਨਹੀਂ, ਕੋਈ ਵਿੱਚ ਖੇਦ ਵਾਲੀ ਗੱਲ ਆਈ ਨਹੀਂ। ਜਿਵੇਂ ਕਹਿੰਦੇ ਨਾ ਰੁਕਾਵਟ ਕੇ ਲਈ ਖੇਦ ਆ, ਉਹ ਗੱਲ ਬਣੀ ਨਹੀਂ। ਉੱਥੇ ਤਾਂ ਰੁਕਾਵਟ ਪਈ ਨਹੀਂ। ਉਹ ਤਾਂ ਪੂਰਾ ਹੀ, ਜਿਹੜੇ ਬਦਾਵੇ ਵਾਲੇ ਸਨ ਉਹ ਵੀ ਮੁਕਤ ਕਰਤੇ। ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। 40 ਨਾਰੇ ਬੀਜ ਖਾਲਸੇ। ਖਾਲਸੇ ਦੇ ਬੀਜ ਨੇ। ਮੁਕਤੇ ਪਾਵਨ ਸਿੰਘ ਬਲੀ, ਮਾਤ ਭਗਵਤੀ ਪਿਤਾ ਕਾਲ ਪੁਰਖ, ਗੋਦ ਲਿਓ ਲੈ ਖਾਸ ਭਲੀ। ਇਹ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਖਤਮ ਨਹੀਂ ਹੋਣਾ। ਨਵੇਂ ਨਵੇਂ ਭੁਜੰਗੀ ਆਉਂਦੇ ਆ, 2-2, 3-3 ਸਾਲ ਦੇ ਬੱਚੇ। ਉਹ ਪਤਾ ਨਹੀਂ, ਉਹ ਕਹਿੰਦੇ ਅਨੰਦਪੁਰ ਸਾਹਿਬ ਭੁਜੰਗੀ ਕਹਿੰਦਾ ਅਸੀਂ ਇੱਥੇ ਪਹਿਲਾਂ ਵੀ ਆਏ ਹਾਂ। ਮੈਂ ਕਿਹਾ ਇਹ ਬੱਚੇ ਨੂੰ ਕਿਵੇਂ ਪਤਾ ਪਹਿਲੇ ਆਏ? ਕਿਉਂ? ਉਹ ਮੁੜ ਮੁੜ ਕੇ ਜੋਤ ਜਾਮੇ ਬਦਲਦੀ ਹੈ। ਖਾਲਸਾ ਖਤਮ ਹੋਣ ਵਾਲਾ ਨਹੀਂ। ਮਾਤਾ ਜੀ ਦਾ ਸਿਰ 'ਤੇ ਹੱਥ ਹੈ, ਪਿਤਾ ਜੀ ਦਾ ਸਿਰ 'ਤੇ ਹੱਥ ਹੈ। ਸਦਾ ਸਦਾ ਹੀ ਇਹ ਜੁਗੋ ਜੁਗ ਟੱਲ ਮਹਾਰਾਜ ਦਾ ਪੰਥ ਹੈ। ਇੱਥੋਂ ਦੇ ਨੌਜਵਾਨ, ਦਿੱਲੀ ਦੇ ਬੱਚੇ ਬਾਣੀ ਨਾਲ ਜੁੜੇ ਨੇ। ਸਾਰੀਆਂ ਸੰਪਰਦਾਵਾਂ ਜਿਹੜੀਆਂ ਹੁੰਦੀਆਂ ਨਾ, ਇਹ ਵੱਖਰੇ ਵੱਖਰੇ ਗੁਰੂ ਦੇ ਪਹਿਰੇ ਨਿਭਾਉਂਦੀਆਂ ਹੁੰਦੀਆਂ। ਗੁਰੂ ਦੀ ਸਰਕਾਰ ਗੁਰੂ ਦੀ ਹੈ, ਡਿਊਟੀਆਂ ਮਹਿਕਮਿਆਂ ਦੀਆਂ ਲੱਗੀਆਂ ਹੋਈਆਂ। ਆਪਾਂ ਸਾਰੇ ਇੱਕ ਹਾਂ। ਕੋਈ ਚੋਲਾ ਪਾਉਂਦਾ, ਕੋਈ ਕਿਸੇ ਤਰ੍ਹਾਂ ਦਾ ਪਹਿਰਾ ਕਰਦਾ, ਕੋਈ ਪੈਂਟ ਪਾਉਂਦਾ, ਕੋਈ ਵੀ ਕਰਦਾ, ਕੋਈ ਨੌਕਰੀ ਕਰਦਾ, ਖੇਤੀ ਕਰਦਾ, ਕੋਈ ਦੁਕਾਨ ਕਰਦਾ, ਪਰ ਆਪਾਂ ਸਾਰੇ ਗੁਰੂ ਦੇ ਹਾਂ। ਇਸ ਕਰਕੇ ਮੇਰੀ ਬੇਨਤੀ ਆ ਵੀ ਸਾਰੇ ਆਪਾਂ ਰਲ ਕੇ ਸਾਰੀ ਦੁਨੀਆ ਨੂੰ ਸਰਬੱਤ ਦੇ ਭਲੇ ਦੀ, ਕਿਸੇ ਨਾਲ ਸਾਡਾ ਵੈਰ ਨਹੀਂ। ਖਾਲਸੇ ਦਾ ਕਿਸੇ ਧਰਮ ਨਾਲ ਵੈਰ ਨਹੀਂ, ਕਿਸੇ ਜਾਤੀ ਨਾਲ ਵੈਰ ਨਹੀਂ, ਕਿਸੇ ਮਜ਼ਹਬ ਨਾਲ ਵੈਰ ਨਹੀਂ। ਖਾਲਸੇ ਦਾ ਜ਼ੁਲਮ ਨਾਲ ਵੈਰ ਹੈ, ਜ਼ਾਲਮ ਨਾਲ ਵੈਰ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਬੀਜ ਬੀਜਿਆ। ਚੜ੍ਹਦੀ ਕਲਾ 'ਚ ਰਹੋ, ਗੁਰੂ ਖੁਸ਼ੀਆਂ ਬਖਸ਼ੇ। ਮਾਤਾ ਜੀ ਕਿਰਪਾ ਕਰਨ। ਬੋਲਦਿਆਂ ਹੋਇਆਂ, ਵਿਚਾਰ ਕਰਦਿਆਂ ਭੁੱਲਾਂ ਹੋਈਆਂ ਬਖਸ਼ ਲੈਣੀਆਂ। ਫਤਿਹ ਬੁਲਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਪ੍ਰਿਤਪਾਲ ਸਿੰਘ ਜੀ ਹੋਰਾਂ ਨੇ ਜਿਹੜਾ ਫੁਰਨਾ ਕੀਤਾ, ਉਹ ਪਹਿਲਾਂ ਵੀ ਵਿਚਾਰ ਚੱਲ ਰਹੀ ਸੀ ਵੀ ਮਰਜ਼ਾਦਾ ਆਪਾਂ ਬੇਨਤੀ ਕਰੀਏ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ, ਸਾਰੀ ਸੰਗਤ, ਵੀ ਮਹਾਰਾਜ ਦੇ 3 ਅੰਗੀਠੇ ਨੇ, ਨਿਸ਼ਾਨ ਸਾਹਿਬ ਇੱਕੋ ਹੀ ਹੈ। ਮਾਤਾ ਜੀ ਦੇ 2 ਨਿਸ਼ਾਨ ਸਾਹਿਬ, ਦੋਵਾਂ ਮਾਤਾ ਦੇ ਭਾਵੇਂ ਛੋਟੇ ਹੀ ਚਲਾ ਦਿੱਤੇ ਜਾਣ, ਵੱਡਾ ਸਤਿਗੁਰਾਂ ਦਾ ਚਲ ਝੂਲ ਰਿਹਾ, ਤੇ ਛੋਟੇ ਆਕਾਰ ਦੇ ਭਾਵੇਂ ਹੋ ਜਾਣ 50-50 ਫੁੱਟ ਦੇ, ਪਰ ਮਾਤਾ ਜੀ ਦੇ ਦੋਵਾਂ ਮਾਤਾ ਦੇ ਨਿਸ਼ਾਨ ਸਾਹਿਬ ਜ਼ਰੂਰ ਇੱਥੇ ਝੂਲਣੇ ਚਾਹੀਦੇ ਆ। ਇਹ ਮਰਜ਼ਾਦਾ ਪੁਰਾਤਨ ਗੁਰਦੁਆਰੇ ਇੱਕ ਵਿਹੜੇ 'ਚ ਵੀ 2 ਹੁੰਦੇ ਸੀ, ਨਿਸ਼ਾਨ ਸਾਹਿਬ 2 ਹੀ ਹੁੰਦੇ ਸੀ। ਪਹਿਲਾਂ ਇੱਦਾਂ ਹੁੰਦੀ ਸੀ ਮਰਜ਼ਾਦਾ। ਜੋ ਸਥਾਨ ਨਿਸ਼ਾਨ ਸਾਹਿਬ ਮੇਨ ਹੁੰਦਾ। ਹਜ਼ੂਰ ਸਾਹਿਬ ਅਰਦਾਸ ਹੁੰਦੀ ਨਾ ਦਿੱਲੀ ਦੇ ਗੁਰਦੁਆਰੇ, ਸੱਤੋਂ ਝੰਡਿਓ ਜੀ ਕੀ, ਉਹ ਪਹਿਲਾਂ ਨਿਸ਼ਾਨ ਹੀ ਝੂਲਦੇ ਸੀ। ਬਿਲਡਿੰਗਾਂ ਤਾਂ ਬਾਅਦ 'ਚ ਬਣੀਆਂ ਨਾ। ਨਿਸ਼ਾਨ ਦੀ ਮਹਾਨਤਾ ਹੁੰਦੀ ਹੈ। ਨਿਸ਼ਾਨ ਸਾਹਿਬ 'ਚ ਬੜੀ ਸ਼ਕਤੀ ਹੈ। ਬਾਬੇ ਬੰਦੇ ਬਹਾਦਰ ਨੇ ਨਿਸ਼ਾਨ ਸਾਹਿਬ ਕੱਢਿਆ ਸੀ ਪਾਣੀਪਤ। ਬਹਾਦਰ ਸ਼ਾਹ ਅਤੇ ਉਹਦਾ ਅਗਲਾ ਬਾਦਸ਼ਾਹ ਫਰਖਸ਼ੀਰ ਅਤੇ ਜਹਾਂਦਰ, ਤਿੰਨੇ ਬਾਦਸ਼ਾਹ ਪਾਣੀਪਤ ਟੱਪ ਨਹੀਂ ਸਕੇ। ਫਿਰ ਮਿਹਨਤਾਂ ਕੀਤੀਆਂ ਵੀ ਆਪਣਾ ਨਿਸ਼ਾਨ ਵਧਾ ਲਓ। ਜਦੋਂ ਨਿਸ਼ਾਨ ਵਧਾਇਆ ਤਾਂ ਇਹ ਫਿਰ ਲਾਹੌਰ ਨੂੰ ਜਾ ਕੇ ਫਿਰ ਬੰਦੇ ਨੂੰ ਵੀ ਕਾਬੂ ਕਰ ਲਿਆ। ਨਿਸ਼ਾਨ ਸਾਹਿਬ ਦੀ ਬੜੀ ਤਾਕਤ ਹੈ, ਸ਼ਕਤੀ ਹੈ, ਅਤੇ ਥੱਲੇ ਪਹਿਰਾ ਹੁੰਦਾ। ਮਾਤਾ ਜੀ 2 ਨੇ, ਮਾਤਾ ਵੱਡੇ ਮਾਤਾ ਸੁੰਦਰੀ ਜੀ, ਫਿਰ ਮਾਤਾ ਸਾਹਿਬ ਦੇਵਾਂ ਜੀ। ਇਹਨਾਂ ਦੀ ਆਪਾਂ ਜੇ ਬੇਨਤੀ ਮੰਨ ਲੈਣਗੇ ਤਾਂ ਪ੍ਰਬੰਧਕਾਂ ਨੂੰ ਆਪਾਂ ਬੇਨਤੀ ਕਰਾਂਗੇ ਸਾਰੀ ਸੰਗਤ ਵੀ 2 ਨਿਸ਼ਾਨ ਸਾਹਿਬ ਹੋਰ ਇੱਥੇ ਉਹਨਾਂ ਮਾਤਾਵਾਂ ਦੇ, ਵੱਡੇ ਸਤਿਗੁਰਾਂ ਦਾ ਝੂਲ ਰਿਹਾ 8ਵੇਂ ਪਾਤਸ਼ਾਹ ਦਾ, ਇਹਨਾਂ 2 ਮਾਤਾਵਾਂ ਦਾ ਵੀ ਨਿਸ਼ਾਨ ਸਾਹਿਬ ਜ਼ਰੂਰ ਚਲਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।